ਦੀ ਇਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਧੰਨ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜੋ ਪਹਿਲਾ ਵਿਆਹ ਮਾਤਾ ਜੀਤੋ ਜੀਆਂ ਦੇ ਨਾਲ ਹੋਇਆ, ਇਸ ਵਿਆਹ ਦੀ ਆਪਾਂ ਕਥਾ ਸਰਵਣ ਕਰ ਰਹੇ ਸੀ। ਇੱਕ ਧੋਬੀ ਨੇ ਬੇਨਤੀ ਕੀਤੀ ਮਹਾਰਾਜ ਜੀਆਂ ਨੂੰ ਆ ਕੇ, ਪਾਤਸ਼ਾਹ ਜੀ ਕਿ ਬਰਾਤੀਆਂ ਦੇ ਕੱਪੜੇ ਧੋਣ ਵਾਸਤੇ ਰੋਜ਼ ਮਿਲਦੇ ਨੇ, ਆਪ ਜੀ ਦੇ ਵੀ ਬਸਤਰ ਰੋਜ਼ ਧੋਣ ਵਾਸਤੇ ਮੇਰੇ ਕੋਲ ਆਉਂਦੇ, ਪਰ ਪਾਤਸ਼ਾਹ ਜੀ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਜ਼ਿਆਦੀ ਘਾਟ ਹੈ, ਪਾਣੀ ਦੀ ਬਹੁਤ ਕਮੀ ਹੈ, ਮੈਂ ਇੰਨੇ ਕੱਪੜਿਆਂ ਨੂੰ ਕਿਵੇਂ ਧੋਵਾਂ? ਆਪ ਜੀ ਕਿਰਪਾ ਕਰੋ, ਇਸ ਇਲਾਕੇ ਨੂੰ ਪਾਣੀ ਬਖਸ਼ਿਸ਼ ਕਰੋ। ਜਦੋਂ ਇਹ ਬਚਨ ਧੋਬੀ ਨੇ ਮਹਾਰਾਜ ਜੀਆਂ ਨੂੰ ਆਖੇ ਤੇ ਸਤਿਗੁਰਾਂ ਦੇ ਸੱਜੇ ਪਾਸੇ ਮਹਾਰਾਜ ਜੀਆਂ ਦਾ ਵੱਡਾ ਭਰਾ ਭਾਈ ਸੰਗੋ ਸ਼ਾਹ ਖਲੋਤੇ ਹੋਏ ਸਨ। ਸਤਿਗੁਰਾਂ ਨੇ ਉਹਦੇ ਹੱਥ ਵਿੱਚੋਂ ਬਰਛਾ ਫੜਿਆ ਤੇ ਬੜੀ ਜ਼ੋਰ ਦੀ ਧਰਤੀ ਵਿੱਚ ਗੱਡਿਆ, ਜ਼ੋਰ ਦੀ ਧਰਤੀ ਵਿੱਚ ਮਾਰਿਆ, ਤੇ ਕਿੰਨਾ ਹੀ ਬਰਛਾ ਜਿਹੜਾ ਧਰਤੀ ਵਿੱਚ ਪੱਥਰ ਵਿੱਚ ਗੱਡਿਆ ਗਿਆ। ਇਹ ਕੌਤਕ ਕਰਕੇ ਮਹਾਰਾਜ ਆਪਣੇ ਵੱਡੇ ਭਾਈ ਸੰਗੋ ਸ਼ਾਹ ਨੂੰ ਕਹਿਣ ਲੱਗੇ, ਸੰਗੋ ਸ਼ਾਹ ਜੀ ਇਹ ਬਰਛਾ ਕੱਢੋ ਬਾਹਰ ਤਾਂ ਕਿ ਪਾਣੀ ਪ੍ਰਾਪਤ ਹੋਵੇ। ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ। ਤ੍ਰਿਬੈਣੀ ਰਚੀ ਨਾ ਮਹਾਰਾਜ ਨੇ, ਜਿਨ੍ਹਾਂ ਸੰਗਤਾਂ ਨੇ ਗੁਰੂ ਕੇ ਲਾਹੌਰ ਦੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ, ਉੱਥੇ ਗੁਰਦੁਆਰਾ ਹੈ, ਉਹਦਾ ਨਾਮ ਹੈ ਤ੍ਰਿਬੈਣੀ ਸਾਹਿਬ। ਸੋ ਮਹਾਰਾਜ ਇੱਥੇ ਕੌਤਕ ਵਰਤਾ ਰਹੇ ਨੇ। ਇਤਿਹਾਸ ਆਪਾਂ ਕੱਲ ਸਰਵਣ ਕਰ ਆਏ। ਇਹ ਭਾਈ ਸੰਗੋ ਸ਼ਾਹ ਜੀ ਹੁਣ ਕੀ ਕਰਨਗੇ, ਮਹਾਰਾਜ ਕੀ ਕੌਤਕ ਵਰਤਾਉਂਦੇ, ਉਹ ਆਪਾਂ ਅੱਜ ਸਰਵਣ ਕਰਾਂਗੇ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਐਂਚ ਨਿਕਾਸੋ ਓਜ ਪ੍ਰਕਾਸ਼ੋ, ਨੀਰ ਭਲੋ ਨਿਕਸੈ ਇਸ ਨੀਚੇ। ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਹਾਰਾਜ ਜੀਆਂ ਦਾ ਵੱਡਾ ਭਾਈ ਹੈ, ਭੂਆ ਦਾ ਪੁੱਤਰ ਨੇ, ਭੂਆ ਜੀ ਦੇ ਪੁੱਤਰ ਨੇ ਮਹਾਰਾਜ ਜੀਆਂ ਦੇ ਬਾਬਾ ਸੰਗੋ ਸ਼ਾਹ। ਸਤਿਗੁਰੂ ਕਹਿੰਦੇ ਬਾਬਾ ਸੰਗੋ ਸ਼ਾਹ ਜੀ ਖਿੱਚੋ ਬਰਛਾ ਜ਼ੋਰ ਦੇ ਨਾਲ ਅਤੇ ਇਹਦੇ ਵਿੱਚੋਂ ਬੜਾ ਚੰਗਾ ਪਾਣੀ ਮਿਲੇਗਾ, ਸੰਗਤ ਦੇ ਪੀਣ ਵਾਸਤੇ ਬੜਾ ਸਵੱਛ ਜਲ, ਜਿਹੜਾ ਨਾ ਸਾਫ਼ ਜਲ, ਉਹ ਪੀਣ ਵਾਸਤੇ ਮਿਲੇਗਾ। ਕਰੋ ਇਹ ਕਿਰਪਾ ਕਰੋ, ਸਾਰੀ ਸੰਗਤ ਦਾ ਭਲਾ ਕਰੋ, ਇਸ ਬਰਛੇ ਨੂੰ ਪੱਟ ਕੇ ਧਰਤੀ ਚੋਂ ਬਾਹਰ ਕੱਢਣਾ ਕਰੋ। ਸੰਗੋ ਤੁਰੰਗ ਤੇ ਜਿਉਂ ਉਤਰਿਓ। ਭਾਈ ਸੰਗੋ ਸ਼ਾਹ ਨੇ ਸੁਣੇ ਬਚਨ, ਸਤਿਗੁਰਾਂ ਦਾ ਹੁਕਮ ਮੰਨਿਆ, ਘੋੜੇ ਤੋਂ ਉਤਰਿਆ ਥੱਲੇ। ਘੋੜੇ ਤੇ ਚੜੇ ਹੋਏ ਸਨ ਨਾ ਭਾਈ ਸੰਗੋ ਸ਼ਾਹ ਜੀ, ਮਹਾਰਾਜ ਵੀ ਘੋੜੇ ਤੇ ਚੜੇ ਹੋਏ। ਹੁਣ ਬਰਛਾ ਪੱਟਣ ਵਾਸਤੇ ਭਾਈ ਸੰਗੋ ਸ਼ਾਹ ਜੀ ਉਸ ਵੇਲੇ ਘੋੜੇ ਤੋਂ ਥੱਲੇ ਉਤਰੇ ਹਨ। ਬਲ ਧਾਰ ਵਿਸਾਲ ਕੋ ਉੱਪਰ ਖੀਚੇ। ਆਪਣਾ ਜਿੰਨਾ ਜ਼ੋਰ ਹੈ ਨਾ ਸਰੀਰ ਦਾ, ਜਿੰਨੀ ਤਾਕਤ ਹੈ, ਆਪਣੀ ਤਾਕਤ ਦੇ ਨਾਲ ਬਰਛੇ ਨੂੰ ਬਾਹਰ ਨੂੰ ਖਿੱਚਦੇ ਪਏ, ਪੱਟਦੇ ਪਏ। ਥੱਲੇ ਉਤਰੇ ਘੋੜੇ ਤੋਂ, ਦੋਨੇ ਹੱਥ ਬਰਛੇ ਨੂੰ ਪਾਏ, ਬੜੇ ਜ਼ੋਰ ਦੀ ਨਾਲ ਬਰਛਾ ਪੱਟਣ ਲੱਗੇ ਹਨ। ਸੋ ਨਾ ਪਟਿਓ ਬਿਸਮਾਏ ਹਟਿਓ। ਬਰਛਾ ਤੇ ਨਹੀਂ ਪਟਿਆ ਗਿਆ। ਭਾਈ ਸੰਗੋ ਸ਼ਾਹ ਨੇ ਤਾਕਤ ਤੇ ਬੜੀ ਲਾਈ ਹੈ। ਮਨ ਵਿੱਚ ਇਹ ਵੀ ਮਾਣ ਸੀ ਵੀ ਮੈਂ ਸਰੀਰ ਕਰਕੇ ਵੀ ਵੱਡਾ ਹਾਂ, ਉਮਰਾਂ ਕਰਕੇ ਵੀ ਵੱਡਾ ਹਾਂ, ਰਿਸ਼ਤੇਦਾਰੀ ਕਰਕੇ ਵੀ ਵੱਡਾ ਹਾਂ, ਤੇ ਮਹਾਰਾਜ ਉਮਰ ਵਿੱਚ ਛੋਟੇ ਨੇ, ਕੱਦ ਕਰਕੇ ਛੋਟੇ ਨੇ, ਉਮਰਾਂ ਕਰਕੇ ਛੋਟੇ। ਜੇ ਇਹ ਬਰਛਾ ਗੱਡ ਸਕਦੇ ਤੇ ਮੈਂ ਕਿਹੜਾ ਪੱਟ ਨਹੀਂ ਸਕਦਾ। ਇਹ ਮਨ ਵਿੱਚ ਵਿਚਾਰ ਸੀ। ਕਹਿਣ ਲੱਗੇ ਬੜੇ ਜ਼ੋਰ ਦੇ ਨਾਲ ਬਰਛਾ ਖਿੱਚਦੇ ਪਏ, ਪਰ ਬਰਛਾ ਤੇ ਪਟਿਆ ਨਹੀਂ ਗਿਆ। ਆਪਣਾ ਸਾਰਾ ਜ਼ੋਰ ਲਾ ਕੇ ਹੁਣ ਪਿੱਛੇ ਹਟੇ ਹਨ। ਬੜ ਪਰਾਕਰਮ ਜਾਨ ਲਿਓ ਗੁਰ ਵਿਚੇ। ਮਨ ਵਿੱਚ ਇਹਨੇ ਜਾਣ ਲਿਆ ਵੀ ਸਤਿਗੁਰੂ ਪਾਤਸ਼ਾਹ ਵਿੱਚ ਬਲ ਮੇਰੇ ਨਾਲੋਂ ਜ਼ਿਆਦਾ ਹੈ। ਮੈਂ ਤੇ ਐਵੇਂ ਸਰੀਰ ਦਾ ਮਾਣ ਕਰ ਬੈਠਾ, ਉਮਰਾਂ ਦਾ ਮਾਣ ਕਰ ਬੈਠਾ, ਤਾਕਤ ਦਾ ਮਾਣ, ਪਰ ਮਹਾਰਾਜ ਦੀ ਬਰਾਬਰੀ ਥੋੜੀ ਹੋ ਸਕਦੀ ਹੈ। ਇਹ ਗੱਲ ਮਨ ਵਿੱਚ ਜਾਣ ਕੇ ਉਸ ਵੇਲੇ ਮੈਂ ਤਰੁਣਾਪਨ ਕੋ ਅਬ ਪ੍ਰਾਪਤ। ਮਨ ਵਿੱਚ ਸੋਚਣ ਲੱਗਾ ਭਾਈ ਸੰਗੋ ਸ਼ਾਹ। ਮਨ ਵਿੱਚ ਕੀ ਸੋਚਦਾ ਹੈ? ਕਹਿਣ ਲੱਗਾ ਮੇਰੀ ਉਮਰ ਜਵਾਨੀ ਵਿੱਚ ਪੈਰ ਰੱਖਿਆ, ਮੈਂ 20-25 ਸਾਲ ਦਾ ਗੱਭਰੂ ਜਵਾਨ, ਮੇਰੀ ਉਮਰਾਂ ਇਸ ਵੇਲੇ ਜਵਾਨੀ ਵਿੱਚ ਹੈ, ਮੇਰੇ ਵਿੱਚ ਇੰਨਾ ਬਲ ਹੈ, ਪਰ ਮੈਂ ਬਰਛਾ ਪੱਟ ਨਹੀਂ ਸਕਿਆ ਹਾਂ। ਇਹ ਲਗ ਬੈਸ ਨਹੀਂ ਬਲ ਸੀਚੇ। ਇਹ ਮੇਰੇ ਨਾਲ ਉਮਰ ਵਿੱਚ ਵੀ ਛੋਟੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰਾਂ ਵੀ ਛੋਟੀ ਹੈ, ਸਰੀਰ ਵੀ ਹਾਲੇ ਛੋਟਾ ਹੈ, ਪੂਰਾ ਜਵਾਨੀ ਵਿੱਚ ਹਾਲੇ ਮਹਾਰਾਜ ਨੇ ਪੈਰ ਨਹੀਂ ਰੱਖਿਆ। ਇਹਨਾਂ ਨੇ ਜ਼ੋਰ ਨਾਲ ਬਰਛਾ ਪੱਥਰ ਦੇ ਵਿੱਚ ਗੱਡ ਦਿੱਤਾ ਤੇ ਮੇਰੇ ਕੋਲੋਂ ਗੱਡਿਆ ਗਿਆ, ਬਰਛਾ ਨਹੀਂ ਪਟਿਆ ਗਿਆ। ਬੜੀ ਹੈਰਾਨ ਕਰਨ ਵਾਲੀ ਗੱਲ, ਤੇ ਮਨ ਵਿੱਚ ਸੋਚਦੇ ਹਨ ਹੈ ਕਿ ਅਸਵਾਰ ਗੁਰੂ ਬਲ ਧਾਰ। ਉਸ ਵੇਲੇ ਸਤਿਗੁਰਾਂ ਦੇ ਵੱਲ ਵੇਖਿਆ, ਫਿਰ ਸੰਗੋ ਸ਼ਾਹ ਨੇ ਹੱਥ ਜੋੜੇ ਵੀ ਮਹਾਰਾਜ ਨਹੀਂ,
ਆਪ ਜੀ ਦੀਆਂ ਪਾਈਆਂ ਮੁਹਿੰਮਾਂ ਜਿਹੜੀਆਂ ਨੇ ਆਪ ਜੀ ਉਸ ਨੂੰ ਫਤਿਹ ਕਰ ਸਕਦੇ, ਅਸੀਂ ਆਪ ਜੀ ਦਾ ਮੁਕਾਬਲਾ ਥੋੜੀ ਕਰ ਸਕਦੇ ਹਾਂ। ਮਨ ਵਿੱਚ ਇਹ ਬੇਨਤੀ ਕੀਤੀ, ਮਹਾਰਾਜ ਨਹੀਂ, ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਆਪ ਜੀ ਦੇ ਗੱਡੇ ਹੋਏ ਜਿਹੜੇ ਬਚਨ ਨੇ ਉਹਨਾਂ ਨੂੰ ਅਸੀਂ ਪੱਟ ਸਕੀਏ। ਐਸੀ ਫਿਰ ਬੇਨਤੀ ਕਰਦੇ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਘੋੜਾ ਆਪਣਾ, ਸਤਿਗੁਰਾਂ ਨੇ ਘੋੜੇ ਨੂੰ ਅੱਗੇ ਵਧਾਇਆ, ਥੋੜੀ ਜੀ ਅੱਡੀ ਲਾਈ ਹੈ, 2-4 ਕਦਮਾਂ ਘੋੜਾ ਅੱਗੇ ਚੱਲਿਆ। ਮਹਾਰਾਜ ਜੀਆਂ ਨੇ ਉਸ ਵਰਸ਼ੇ ਨੂੰ ਫਿਰ ਆਪਣਾ ਹੱਥ ਪਾਇਆ ਹੈ। ਉਖਾਰ ਲਿਓ ਵਰਸ਼ਾ ਤਤਕਾਲ। ਤੇ ਸਤਿਗੁਰਾਂ ਨੇ ਇੱਕੋ ਹੱਥ ਲਾਇਆ। ਭਾਈ ਸੰਗੋ ਸ਼ਾਹ ਤੇ ਦੋਨੇ ਹੱਥ ਲਾਲ ਦੇ ਨਾਲ ਪਟਦਾ ਪਿਆ, ਪਟਿਆ ਨਹੀਂ ਗਿਆ। ਧੰਨ ਦਸਵੇਂ ਪਾਤਸ਼ਾਹ ਦੀ ਉਮਰਾਂ ਤੇ ਛੋਟੀ ਹੈ। ਮਹਾਰਾਜ ਨੇ ਘੋੜਾ ਕੋਲ ਕੀਤਾ, ਘੋੜਾ ਨੇੜੇ ਕਰਕੇ ਇੱਕ ਹੱਥ ਮਹਾਰਾਜ ਨੇ ਵਰਸ਼ੇ ਨੂੰ ਪਾਇਆ ਤੇ ਸਤਿਗੁਰਾਂ ਨੇ ਉਸ ਵਰਸ਼ੇ ਨੂੰ ਉੱਪਰ ਨੂੰ ਪਟਿਆ ਹੈ। ਹਲ ਟੁੱਟਿਓ ਨਹੀਂ ਡਿੜ ਜੁਟਿਓ ਤਥਾ। ਕਹਿਣ ਲੱਗੇ ਜਿਹੜਾ ਵਰਸ਼ੇ ਦੇ ਅੱਗੇ ਫਾਲਾ ਲੱਗਾ ਸੀ ਨਾ, ਲੋਹੇ ਦਾ ਹਿੱਸਾ, ਬਾਕੀ ਤੇ ਲੱਕੜ ਹੈ ਨਾ, ਦਸਤਾ ਹੱਥ ਵਿੱਚ ਲੱਕੜ ਦਾ, ਉਹਦੇ ਅੱਗੇ ਲੋਹੇ ਦਾ ਫਾਲਾ ਲੱਗਿਆ ਹੋਇਆ। ਮਹਾਰਾਜ ਨੇ ਜਦੋਂ ਖਿੱਚਿਆ, ਲੱਕੜ ਤੋਂ ਫੜ ਕੇ, ਮੁੱਠੇ ਤੋਂ ਫੜ ਕੇ, ਡਾਂਗ ਤੋਂ ਫੜ ਕੇ ਜਦੋਂ ਵਰਸ਼ੇ ਨੂੰ ਖਿੱਚਿਆ, ਕਹਿਣ ਲੱਗੇ ਟੁੱਟਿਆ ਨਹੀਂ ਉਹ ਵਰਸ਼ਾ। ਉਸੇ ਤਰ੍ਹਾਂ ਉਹ ਲੋਹੇ ਦੀ ਫਾਲ ਜਿਹੜੀ ਹੈ ਲੱਕੜ ਦੇ ਨਾਲ ਸਮੇਤ ਹੀ ਬਾਹਰ ਆ ਗਈ ਹੈ। ਜਲ ਛੁਟਿਓ ਬੜੋ ਤੈ ਤੇ ਬਹਿ ਚੱਲ। ਕਹਿਣ ਲੱਗੇ ਸਤਿਗੁਰਾਂ ਨੇ ਵਰਸ਼ਾ ਪਟਿਆ, ਉਹਦੇ ਵਿੱਚੋਂ ਪਾਣੀ ਦੀ ਬੜੀ ਸੋਹਣੀ ਧਾਰਾ ਜਿਹੜੀ ਹੈ ਨਾ, ਬੜੇ ਪ੍ਰੈਸ਼ਰ ਦੇ ਨਾਲ, ਬੜੇ ਜ਼ੋਰ ਦੇ ਨਾਲ ਇੱਕੇ ਵਾਰੀ ਬਾਹਰ ਨੂੰ ਆਈ ਹੈ। ਬੜਾ ਸਵੱਛ ਤੇ ਨਿਰਮਲ ਜਲ। ਇਹ ਆਪਾਂ ਗੁਰਦੁਆਰਾ ਤ੍ਰਿਵੇਣੀ ਸਾਹਿਬ ਦਾ ਇਤਿਹਾਸ ਗੁਰਮੁਖੋਂ ਸਰਵਣ ਕਰ ਰਹੇ ਹਾਂ। ਮੱਥਾ ਤੇ ਅਸੀਂ ਕਈ ਵਾਰੀ ਟੇਕਿਆ ਹੋਵੇਗਾ, ਉਥੇ ਇਤਿਹਾਸ ਵੀ ਇਹ ਪੜ੍ਹਿਆ ਹੋਵੇਗਾ ਵੀ ਮਹਾਰਾਜ ਨੇ ਇਹ ਚਸ਼ਮਾ ਪ੍ਰਗਟ ਕੀਤਾ ਹੈ, ਪਰ ਕਾਰਨ ਕੀ ਹੈ ਇਹ ਨਹੀਂ ਉੱਥੇ ਲਿਖਿਆ। ਇਹ ਨਹੀਂ ਸਾਨੂੰ ਪਤਾ ਲੱਗਾ ਕਿਉਂ ਮਹਾਰਾਜ ਨੇ ਉੱਥੇ ਪਾਣੀ ਦਾ ਚਸ਼ਮਾ ਪੈਦਾ ਕੀਤਾ ਅਤੇ ਕਿਹੜੇ ਕੌਤਕ ਵਰਤਾਏ। ਪਹਿਲੀ ਵਾਰੀ ਵਰਸ਼ਾ ਮਾਰਿਆ, ਪਾਣੀ ਤੇ ਪਹਿਲੀ ਵਾਰੀ ਨਿਕਲ ਆਇਆ। ਮਹਾਰਾਜ ਨੇ 3 ਵਾਰੀ ਵਰਸ਼ਾ ਕਿਉਂ ਮਾਰਿਆ, ਇਹ ਵੀ ਬਚਨ ਆਪਾਂ ਸਰਵਣ ਕਰਾਂਗੇ। ਤ੍ਰਿਵੇਣੀ ਤੋਂ ਭਾਵ ਹੈ ਜਿੱਥੇ 3 ਜਿਹੜੀਆਂ ਨੇ ਉਹ ਲਹਿਰਾਂ, 3 ਤਰ੍ਹਾਂ ਦਾ ਪਾਣੀ ਵੱਖ-ਵੱਖ ਥਾਵਾਂ ਤੋਂ ਨਿਕਲੇ ਪ੍ਰਗਟ ਹੋਵੇ, ਜਾਂ 3 ਤਰ੍ਹਾਂ ਦਾ ਪਾਣੀ ਮਿਲੇ ਆ ਕੇ, ਉਹਨੂੰ ਤ੍ਰਿਵੇਣੀ ਕਿਹਾ ਜਾਂਦਾ ਹੈ। ਸੋ ਆਪਾਂ ਇਤਿਹਾਸ ਦਾ ਬਚਨ ਸਰਵਣ ਕਰ ਰਹੇ ਹਾਂ। ਵਰਸ਼ਾ ਤੇ ਪਹਿਲੀ ਵਾਰੀ ਮਾਰਿਆ, ਪਾਣੀ ਤੇ ਪਹਿਲੀ ਵਾਰੀ ਨਿਕਲ ਆਇਆ ਹੈ, ਪਰ ਤ੍ਰਿਵੇਣੀ ਕਿਉਂ ਰਚੀ ਮਹਾਰਾਜ ਜੀਆਂ ਨੇ? ਸਤਿਗੁਰਾਂ ਨੇ ਵਰਸ਼ਾ ਪਟਿਆ, ਗੁਰਮੁਖੋ ਉਹਦੇ ਵਿੱਚੋਂ ਬੜਾ ਸੋਹਣਾ ਨਿਰਮਲ ਜਲ ਜਿਹੜਾ ਹੈ ਨਾ, ਉਹ ਧਰਤੀ ਵਿੱਚੋਂ ਬਾਹਰ ਨਿਕਲਿਆ ਹੈ। ਇੱਕ ਦੂਸਰੇ ਭਰਾਤ ਧਰੀ ਚਿਤ ਮੈਂ। ਜਦੋਂ ਮਹਾਰਾਜ ਨੇ ਕੌਤਕ ਕੀਤਾ ਨਾ, ਤੇ ਭਾਈ ਸੰਗੋ ਸ਼ਾਹ ਜੀ ਦਾ ਦੂਜਾ ਭਰਾ ਵੀ ਉੱਥੇ ਖਲੋਤਾ ਸੀ। ਉਹ ਵੇਂਦਾ ਪਿਆ ਕਿ ਮਹਾਰਾਜ ਨੇ ਵਰਸ਼ਾ ਧਰਤੀ 'ਚ ਗੱਡਿਆ, ਮੇਰੇ ਭਰਾ ਕੋਲੋਂ ਪਟਿਆ ਨਹੀਂ ਗਿਆ। ਉਹਦੇ ਮਨ ਵਿੱਚ ਸਵਾਲ ਪੈਦਾ ਹੋ ਗਿਆ, ਉਹਦੇ ਮਨ ਵਿੱਚ ਇਹ ਵਿਚਾਰ ਆਈ ਹੈ। ਜੁਗ ਹਾਥ ਕੇ ਜੋਰ ਤੇ ਲੇਤ ਨਿਕਾਲਾ। ਮਨ ਵਿੱਚ ਸੋਚਦਾ ਹੈ ਕਿ ਜੇ ਦੋਨਾਂ ਹੱਥਾਂ ਦਾ ਜ਼ੋਰ ਲੱਗਦਾ ਤੇ ਫਿਰ ਇਹ ਵਰਸ਼ਾ ਪਟਿਆ ਜਾਵੇ। ਅਜੇ ਮਹਿਮਾ ਨਹੀਂ ਨਾ ਸਮਝਿਆ, ਹਾਲੇ ਨਹੀਂ ਪਤਾ ਲੱਗਾ ਵੀ ਮਹਾਰਾਜ ਦੇ ਗੱਡੇ ਹੋਏ ਕਿੱਲੇ ਨੂੰ ਪੱਟ ਕੋਈ ਨਹੀਂ ਸਕਦਾ। ਦੂਜਾ ਭਰਾ ਸੋਚਦਾ ਪਿਆ, 5 ਭਰਾ ਨੇ, ਭਾਈ ਸੰਗੋ ਸ਼ਾਹ ਹੋਣੀ, ਬੀਬੀ ਵੀਰੋ ਜੀਆਂ ਦੇ ਪੁੱਤਰ ਜਿਹੜੇ 5 ਨੇ, ਵੱਡੇ ਨੇ ਤੇ ਆਪਣਾ ਜ਼ੋਰ ਲਾ ਕੇ ਵੇਖ ਲਿਆ, ਪਿੱਛੇ ਹਟ ਗਿਆ। ਹੁਣ ਵੱਡੇ ਤੋਂ ਜਿਹੜਾ ਦੂਜੇ ਨੰਬਰ ਦਾ ਨਾ, ਉਹ ਸੋਚਦਾ ਪਿਆ, ਕਹਿਣ ਲੱਗਾ ਇਹ ਵੀ ਗੱਲ ਹੈ ਵੀ ਵਰਸ਼ਾ ਗੱਡਿਆ ਹੋਵੇ ਤੇ ਪਟਿਆ ਨਾ ਜਾਵੇ, ਇਹ ਕਿਵੇਂ ਹੋ ਸਕਦਾ ਹੈ? ਜੇ ਕਿਤੇ ਮਹਾਰਾਜ ਮੈਨੂੰ ਮੌਕਾ ਦਿੰਦੇ, ਮੈਂ ਦੋਨਾਂ ਹੱਥਾਂ ਦੇ ਜ਼ੋਰ ਨਾਲ ਪੱਟ ਕੇ ਵਿਖਾ ਦੇਣਾ ਸੀ, ਸਾਰਿਆਂ ਵਿੱਚ ਮੇਰੀ ਜੈ ਜੈਕਾਰ ਹੋ ਜਾਣੀ, ਪਰ ਮਹਾਰਾਜ ਨੇ ਮੈਨੂੰ ਮੌਕਾ ਨਹੀਂ ਦਿੱਤਾ। ਇਹ ਵਿਚਾਰ ਉਹਦੇ ਮਨ ਵਿੱਚ ਆਈ ਹੈ। ਮਨ ਜਾਣ ਪ੍ਰਭੂ ਪੁਨ ਭੂਮ ਹਨਿਓ। ਸਤਿਗੁਰੂ ਪਾਤਸ਼ਾਹ ਜਾਣ ਗਏ, ਇਹਦੇ ਮਨ ਵਿੱਚ ਮਾਣ ਆ ਗਿਆ ਵੀ ਵੱਡੇ ਤੋਂ ਨਹੀਂ ਪਟਿਆ ਗਿਆ, ਮੈਂ ਤੇ ਇਹਦੇ ਨਾਲੋਂ ਵੀ ਅੱਗੇ ਆ। ਹਰੇਕ ਬੰਦੇ ਦੇ ਮਨ ਵਿੱਚ ਮਾਣ ਹੁੰਦਾ ਵੀ ਮੇਰੇ ਵਰਗਾ ਕੋਈ ਨਹੀਂ ਹੈ, ਜੋ ਮੈਂ ਆ ਉਹ ਮੈਂ ਹੀ ਹਾਂ, ਮੇਰੇ ਵਰਗਾ ਦੂਜਾ ਤੇ ਰੱਬ ਨੇ ਬਣਾਇਆ ਹੀ ਨਹੀਂ, ਮੈਂ ਹੀ ਸਭ ਤੋਂ ਸ੍ਰੇਸ਼ਟ ਹਾਂ। ਇਹਦੇ ਮਨ ਵਿੱਚ ਵਿਚਾਰ ਇਹ ਆਈ ਵੀ ਭਰਾ ਤੋਂ ਨਹੀਂ ਪਟਿਆ ਗਿਆ ਤੇ ਤਾਂ ਕੀ ਹੋਇਆ, ਮੇਰੇ ਵਿੱਚ ਕਿਹੜਾ ਜ਼ੋਰ ਘੱਟ ਹੈ, ਮੈਂ ਤੇ ਬੜਾ ਚੁਸਤ ਚਲਾਕ, ਬੜੇ ਬਲ ਵਾਲਾ, ਬੜੇ ਦਾ ਪੇਚ ਮੈਨੂੰ ਆਉਂਦੇ, ਜੇ ਕਿਤੇ ਮਹਾਰਾਜ ਮੈਨੂੰ ਕਹਿੰਦੇ ਤੇ ਮੈਂ ਪਟ ਲੈਣਾ। ਇਹ ਗੱਲ ਮਹਾਰਾਜ ਜਾਣ ਗਏ ਵੀ ਇਹਦੇ ਮਨ ਵਿੱਚ ਇਹ ਵਿਚਾਰ ਆਈ ਹੈ ਕਿ ਇਹਨੇ ਵਰਸ਼ਾ ਪਟਣਾ ਸੀ। ਮਹਾਰਾਜ ਨੇ ਫਿਰ ਵਰਸ਼ਾ ਘੁਮਾਇਆ ਹੱਥ ਵਿੱਚ, ਜ਼ੋਰ ਦੀ ਫਿਰ ਦੂਜੀ ਵਾਰੀ ਉੱਥੇ ਫਿਰ ਮਹਾਰਾਜ ਨੇ ਖੁਬੋ ਦਿੱਤਾ, ਫਿਰ ਪੱਥਰ ਦੇ ਉੱਪਰ ਦੁਬਾਰਾ ਵਰਸ਼ਾ ਮਾਰਿਆ। ਕਹਿਣ ਲੱਗੇ ਉਹ ਵਰਸ਼ਾ ਫਿਰ ਧਰਤੀ ਵਿੱਚ ਗੱਡਿਆ ਗਿਆ ਹੈ। ਤਬ ਪਾਥਰ ਫੋਰ ਧਸਿਓ ਸੋ ਵਿਸਾਲ। ਹੁਣ ਸਤਿਗੁਰੂ ਪਾਤਸ਼ਾਹ ਨੇ ਜਦੋਂ ਜ਼ੋਰ ਦੇ ਨਾਲ ਉਹ ਵਰਸ਼ਾ ਮਾਰਿਆ ਤੇ ਧਰਤੀ ਵਿੱਚ ਧਸ ਗਿਆ, ਪੱਥਰ ਨੂੰ ਪਾੜਦਾ ਹੋਇਆ ਵਰਸ਼ਾ ਜਿਹੜਾ
ਧਰਤੀ ਦੇ ਵਿੱਚ ਜਾ ਕੇ ਸਮਾ ਗਿਆ। ਪਹਿਲਾਂ ਦੇ ਵਾਂਗ ਫਿਰ ਪੱਥਰ ਦੇ ਵਿੱਚ ਗੱਡਿਆ ਗਿਆ ਹੈ। ਦੂਸਰੇ ਸਾਧ ਕਯੋ ਲਿਓ ਐਂਚ। ਸਤਿਗੁਰੂ ਪਾਤਸ਼ਾਹ ਨੇ ਫਿਰ ਆਪ ਆਵਾਜ਼ ਮਾਰੀ, ਉਹਦਾ ਨਾਂ ਲੈ ਕੇ। ਮਹਾਰਾਜ ਕਹਿੰਦੇ ਆ ਜਾ, ਤੂੰ ਅੱਗੇ ਆ ਜਾ। ਤੂੰ ਆਖਦਾ ਸੀ ਨਾ ਵੀ ਮੈਂ ਖਿੱਚਣਾ ਸੀ ਵਰਸ਼ਾ, ਮਹਾਰਾਜ ਨੇ ਮੌਕਾ ਨਹੀਂ ਦਿੱਤਾ। ਕਹਿਣ ਲੱਗੇ ਲੈ ਤੈਨੂੰ ਵੀ ਮੌਕਾ ਦਿੱਤਾ, ਗੱਡਿਆ ਦੂਜੀ ਵਾਰੀ ਵਰਸ਼ਾ। ਪਾਤਸ਼ਾਹ ਕਹਿੰਦੇ ਲੈ ਤੂੰ ਹੁਣ ਪੱਟ ਕੇ ਵਿਖਾ। ਤੇਰੇ ਮਨ ਵਿੱਚ ਇਹ ਵਿਚਾਰ ਆ ਗਿਆ ਵੀ ਮੈਨੂੰ ਮੌਕਾ ਨਹੀਂ ਮਿਲਿਆ, ਪਰ ਇੱਥੇ ਤੈਨੂੰ ਮੌਕਾ ਦੇਵਾਂਗੇ, ਸਮਾਂ ਵੀ ਦੇਵਾਂਗੇ। ਦੂਜੇ ਭਾਈ ਨੂੰ, ਆਪਣੇ ਭੂਆ ਜੀ ਦੇ ਦੂਜੇ ਪੁੱਤਰ ਨੂੰ ਆਵਾਜ਼ ਮਾਰੀ, ਜਿਹੜਾ ਸੋਚਦਾ ਪਿਆ ਪਿੱਛੇ ਖਲੋ ਕੇ ਵੀ ਮੈਨੂੰ ਮਹਾਰਾਜ ਕਹਿੰਦੇ ਤੇ ਮੈਂ ਕਾਰਜ ਫਤਿਹ ਕਰਦਾ। ਸਤਿਗੁਰੂ ਕਹਿੰਦੇ ਆ ਜਾ ਭਾਈ, ਹੁਣ ਤੇਰੀ ਵਾਰੀ ਹੈ। ਅਸੀਂ ਵਰਸ਼ਾ ਤੇ ਖਬੋ ਦਿੱਤਾ ਪੱਥਰ ਦੇ ਵਿੱਚ, ਇਸ ਨੂੰ ਤੂੰ ਹੁਣ ਪਟ ਲੈਣਾ ਕਰ। ਸੁਨਿਓ ਤਤਕਾਲ ਗਇਓ ਬਲ ਲਾਏ। ਜਦੋਂ ਇਹਨੇ ਸੁਣਿਆ ਬੜੀ ਛੇਤੀ ਫਿਰ ਛਾਲ ਮਾਰ ਕੇ ਘੋੜੇ ਤੋਂ ਉਤਰਿਆ। ਕਹਿਣ ਲੱਗਾ ਮਨ ਦੀ ਮੁਰਾਦ ਪੂਰੀ ਹੋਈ ਹੈ। ਮੈਂ ਤੇ ਸੋਚਦਾ ਪਿਆ ਸੀ ਵੀ ਮਹਾਰਾਜ ਮੌਕਾ ਦੇਣ, ਮੈਨੂੰ ਮੌਕਾ ਮਿਲ ਗਿਆ ਹੈ। ਹੁਣ ਤੇ ਮੇਰੀ ਬੜੀ ਸ਼ੋਭਾ ਹੋਣੀ ਹੈ, ਬੜੀ ਜੈ ਜੈਕਾਰ ਹੋਣੀ ਹੈ। ਵੱਡੇ ਭਰਾ ਤੋਂ ਪਟਿਆ ਨਹੀਂ ਗਿਆ, ਮੈਂ ਵਰਸਾ ਪੱਟ ਕੇ ਵਿਖਾਵਾਂਗਾ। ਮਹਾਰਾਜ ਦਾ ਹੁਕਮ ਸੁਣਦਿਆਂ ਸਾਰ ਕਹਿਣ ਲੱਗੇ ਛੋਟਾ ਭਰਾ ਨਾ ਘੋੜੇ ਤੋਂ ਛਾਲ ਮਾਰ ਕੇ ਛੇਤੀ ਨਾਲ ਥੱਲੇ ਉਤਰਿਆ ਹੈ। ਦੋਨੋਂ ਹੱਥਨ ਪੈਰ ਜਮਾਏ। ਇਸ ਨੇ ਬੜੀ ਨਾ ਦਿਮਾਗ ਦੀ ਵਿਧੀ ਦੇ ਨਾਲ, ਬੰਦੇ ਨੂੰ ਮਾਣ ਹੈ ਨਾ ਵੀ ਮੇਰੇ ਵਰਗਾ ਦਿਮਾਗ ਨਹੀਂ, ਮੇਰੇ ਵਰਗੇ ਤਜਰਬੇ ਨਹੀਂ ਕਿਸੇ ਕੋਲ ਹੈਗੇ। ਮੈਂ ਜੋ ਕਰ ਸਕਦਾ ਦੂਜਾ ਕਰ ਹੀ ਨਹੀਂ ਸਕਦਾ। ਇਹਨੇ ਜਾਂਦਿਆਂ ਹੀ ਵਰਸ਼ੇ ਨੂੰ ਦੋਨੇ ਹੱਥ ਪਾਏ ਤੇ ਚੰਗੀ ਤਰ੍ਹਾਂ ਪੈਰ ਇਹਨੇ ਆਪਣੇ ਜਮਾ ਲਿਆ ਵੀ ਕਿਤੇ ਜ਼ੋਰ ਲਾਉਣ ਲੱਗਿਆ ਮੇਰਾ ਪੈਰ ਹੀ ਨਾ ਤਿਲਕ ਜਾਵੇ, ਫਿਸਲ ਨਾ ਜਾਵੇ। ਚੰਗੀ ਤਰ੍ਹਾਂ ਪੈਰ ਟਿਕਾ ਕੇ ਦੋਨੇ ਹੱਥ ਵਰਸੇ ਨੂੰ ਪਾ ਕੇ ਕਹਿਣ ਲੱਗੇ, ਫਿਰ ਜ਼ੋਰ ਦੇ ਨਾਲ ਉਸ ਵੇਲੇ ਖਿੱਚਣ ਲੱਗਾ। ਨਿਕਾਸਨ ਚਾਹੇ ਨਹੀਂ ਨਿਕਸਾਏ। ਕਹਿਣ ਲੱਗੇ ਕੱਢਣਾ ਤੇ ਚਾਹੁੰਦਾ, ਤਾਕਤ ਤੇ ਵਿਖਾਉਂਦਾ ਪਿਆ। ਮਾਣ ਤੇ ਇਹ ਹੈ ਵੀ ਮੇਰੇ ਵਰਗੀ ਤਾਕਤ ਕੋਈ ਨਹੀਂ ਹੈ, ਮੇਰੇ ਵਰਗੀ ਬੁੱਧੀ ਨਹੀਂ ਹੈ, ਮੇਰੇ ਵਰਗੀ ਸਿਆਣਪ ਨਹੀਂ ਹੈ। ਪੈਰ ਜਮਾਏ ਹੋਏ ਨੇ ਚੰਗੀ ਤਰ੍ਹਾਂ ਪੱਥਰ ਦੇ ਉੱਪਰ, ਆਪਣੇ ਸਰੀਰ ਦੇ ਬਲ ਦੇ ਨਾਲ ਵਰਸ਼ਾ ਖਿੱਚਦਾ ਪਿਆ। ਤਾਕਤ ਸਾਰੀ ਲਾ ਕੇ ਵੇਖ ਲਈ ਹੈ, ਪਰ ਵਰਸੇ ਨੂੰ ਪਟਣਾ ਤੇ ਦੂਰ ਦੀ ਗੱਲ ਹੈ। ਕਹਿਣ ਲੱਗੇ ਹਿਲਾ ਨਹੀਂ ਸਕਿਆ, ਵਰਸ਼ਾ ਹਿੱਲਿਆ ਤੱਕ ਨਹੀਂ ਇਹਦੇ ਕੋਲੋਂ। ਬੜਾ ਤਿੰਗ ਕੇ ਬੜਾ ਜ਼ੋਰ ਲਾਉਂਦਾ, ਵਿੰਗਾ ਟੇਢਾ ਹੋ ਕੇ, ਪਰ ਕਹਿਣ ਲੱਗੇ ਵਰਸਾ ਇਹਦੇ ਕੋਲੋਂ ਹਿੱਲਿਆ ਤੱਕ ਨਹੀਂ ਹੈ। ਫੇਰ ਹਟਿਓ ਮੌਕੀਨ ਤਰੇ ਕਹੋ। ਹੁਣ ਇਹ ਆਪਣੀ ਕਰਤੂਤ ਕਰਕੇ ਸ਼ਰਮਿੰਦਾ ਹੋ ਗਿਆ ਨਾ। ਮਹਾਰਾਜ ਦਾ ਸਾਰਾ ਸਹੁਰਾ ਪਰਿਵਾਰ ਆ ਕੇ ਖਲੋਤਾ। ਮਹਾਰਾਜ ਦੇ ਨਾਲ ਜਿੰਨੇ ਬਰਾਤੀ ਗਏ, ਜਿੰਨੇ ਗੁਰੂ ਪਰਿਵਾਰ ਨੇ, ਬੇਦੀਆਂ ਦੀ ਕੁਲ ਦੇ ਬੱਚੇ ਪਰਿਵਾਰ ਉੱਥੇ ਨੇ। ਤ੍ਰੇਹਣ ਕੁਲ ਗੁਰੂ ਅੰਗਦ ਸਾਹਿਬ ਦੀ ਉੱਥੇ ਪਹੁੰਚੀ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਕੁਲ ਖਾਨਦਾਨ ਪਹੁੰਚਿਆ ਹੋਇਆ। ਬੇਅੰਤ ਗੁਰੂ ਕੇ ਸਿੱਖ ਸੂਰਮੇ ਚੜ੍ਹਦੀ ਕਲਾ ਵਾਲੇ ਉੱਥੇ ਪਹੁੰਚੇ ਹੋਏ। ਇੰਨਿਆਂ ਬੰਦਿਆਂ ਦੇ ਵਿੱਚ ਆਪਣੀ ਨਮੋਸ਼ੀ ਜਾਣੀ ਵੀ ਮੈਂ ਆਪਣੀ ਬੇਇੱਜ਼ਤੀ ਆਪੇ ਹੀ ਕਰਵਾ ਬੈਠਾ, ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਹੁਣ ਇਹਦੇ ਕੋਲੋਂ ਵਰਸਾ ਤੇ ਨਹੀਂ ਪਟਿਆ ਗਿਆ ਤੇ ਸਾਰੀ ਸੰਗਤ ਵਿੱਚ ਮੂੰਹ ਨੀਵਾ ਕਰਕੇ, ਥੱਲੇ ਨੂੰ ਗਰਦਨ ਕਰਕੇ, ਚੁੱਪ ਕਰਕੇ ਉਸ ਵੇਲੇ ਖੜ ਗਿਆ ਹੈ। ਸ਼੍ਰੀ ਗੁਰ ਪਰਾਕਰਮ ਤੇ ਵਿਸਮਾਏ। ਸਤਿਗੁਰਾਂ ਦੇ ਬਲ ਤੋਂ ਸਾਰੇ ਜਾਣੇ ਬੜੇ ਹੈਰਾਨ ਨੇ ਵੀ ਮਹਾਰਾਜ ਦੀ ਉਮਰਾਂ ਵੀ ਛੋਟੀ ਹੈ, ਸਰੀਰ ਵੀ ਛੋਟਾ ਹੈ, ਤੇ ਪਰ ਇਹ ਵਰਸਾ ਖਬੋ ਵੀ ਦਿੰਦੇ, ਪੱਥਰ ਵਿੱਚ ਪੱਟ ਵੀ ਲੈਂਦੇ। ਸਾਰੀ ਸੰਗਤ ਵਿੱਚ ਬੜੀ ਇਸ ਗੱਲ ਦੀ ਹੈਰਾਨਤਾ ਹੈ। ਸਾਰੇ ਇਹ ਕੌਤਕ ਵੇਖ ਕੇ ਬੜੇ ਹੈਰਾਨ ਹੋਏ ਹਨ। ਦੇ ਕਿਰਪਾਲ ਸੁਮਾਤੁਲ ਨੇ। ਉਸ ਵੇਲੇ ਕਹਿਣ ਲੱਗੇ, ਜਦੋਂ ਮਹਾਰਾਜ ਨੇ ਪਹਿਲੀ ਵਾਰੀ ਵਰਸਾ ਮਾਰਿਆ ਧੋਬੀ ਦੇ ਕਹਿਣ ਤੇ ਵੀ ਪਾਣੀ ਪ੍ਰਗਟ ਕਰੋ, ਤੇ ਵੱਡੇ ਭਾਈ ਸੰਗੋ ਸ਼ਾਹ ਤੋਂ ਨਹੀਂ ਪਟਿਆ ਗਿਆ। ਦੂਜੇ ਦੇ ਮਨ ਵਿੱਚ ਵਿਚਾਰ ਆਈ ਵੀ ਮਹਾਰਾਜ ਮੈਨੂੰ ਮੌਕਾ ਦਿੰਦੇ ਤੇ ਮੈਂ ਪਟ ਦਿੰਦਾ। ਦੂਜੀ ਵਾਰੀ ਫਿਰ ਵਰਸਾ ਧਰਤੀ ਵਿੱਚ ਮਹਾਰਾਜ ਨੇ ਗੱਡਿਆ। ਹੁਣ ਦੂਜੇ ਤੇ ਨਹੀਂ ਪਟਿਆ ਗਿਆ। ਦੋ ਧਾਰਾਂ ਪਾਣੀ ਦੀਆਂ ਨਿਕਲ ਆਈਆਂ। ਜਦੋਂ ਦੋ ਧਾਰਾਂ ਨਿਕਲੀਆਂ ਪਾਣੀ ਦੀਆਂ ਬਾਹਰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੇ ਮਾਮਾ ਜੀ, ਮਾਮਾ ਕਿਰਪਾਲ ਚੰਦ ਜੀ ਕੋਲ ਖਲੋਤੇ ਹੋਏ। ਉਹ ਵੇਖਦੇ ਪਏ ਮਹਾਰਾਜ ਜੀਆਂ ਦਾ ਕੌਤਕ। ਪਾਤਸ਼ਾਹ ਨੇ ਇਹ ਦੋ ਚਸ਼ਮੇ ਜਿਹੜੇ ਨੇ ਪਾਣੀ ਦੇ ਪੈਦਾ ਕੀਤੇ, ਇਹ ਕੌਤਕ ਵੇਖ ਕੇ ਫਿਰ ਮਾਮਾ ਜੀ ਉਸ ਵੇਲੇ ਕਹਿਣ ਲੱਗੇ ਹਨ, ਵਡਿਆਈ ਜਨਾਏ ਭਲੇ ਸਮਝਾਏ। ਸਤਿਗੁਰਾਂ ਦੀ ਵਡਿਆਈ ਜਨਾਈ ਸਾਰਿਆਂ ਨੂੰ ਕਹਿਣ ਲੱਗੇ, ਉਹ ਤੁਸੀਂ ਗੁਰਮੁਖੋ ਇਹ ਕੀ ਕਰਦੇ ਪਏ? ਤੁਸੀਂ ਮਹਾਰਾਜ ਦਾ ਕੱਦ ਛੋਟਾ ਵੇਖ ਕੇ, ਉਮਰਾਂ ਛੋਟੀ ਵੇਖ ਕੇ, ਮਾੜਾ ਸਰੀਰ ਵੇਖ ਕੇ ਵੀ ਹਾਲੇ ਇਹਨਾਂ ਨੇ ਜਵਾਨੀ ਵਿੱਚ ਪੈਰ ਨਹੀਂ ਰੱਖਿਆ, ਹਾਲੇ ਤੇ ਉਮਰਾਂ ਹੀ ਛੋਟੀ ਹੈ, ਤੁਸੀਂ ਇਹ ਗੱਲ ਵਿੱਚ ਜਾਣਦੇ ਪਏ ਹੋ, ਇਸ ਗੱਲ ਵਿੱਚ ਨਾ ਪਾਓ। ਇਹ ਖੁਦ ਪਰਮੇਸ਼ਰ ਨੇ, ਨਿਰੰਕਾਰ ਨੇ, ਗੁਰਦਾ ਗੱਦੀ ਦੇ ਮਾਲਕ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ 10ਵੀਂ ਜੋਤ ਨੇ। ਇਹ ਕੀ ਕਰਦੇ ਪਏ? ਕਿਹੋ ਜੀਆਂ ਪਰਖਾਂ ਤੁਸੀਂ ਇਹਨਾਂ ਨੂੰ ਪਾਉਂਦੇ ਪਏ ਹੋ ਕਿ ਮਹਾਰਾਜ ਮੈਨੂੰ ਮੌਕਾ ਦਿੰਦੇ, ਮੈਨੂੰ ਮੌਕਾ ਦਿੰਦੇ। ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਇੱਥੇ ਤੇ ਅਰਦਾਸ ਕਰਨੀ ਬਣਦੀ ਹੈ, ਤਰਲਾ ਕਰਨਾ ਬਣਦਾ। ਇੱਥੇ ਤੇ ਮਿੰਨਤ ਕਰਿਆ ਕਰੋ, ਮੱਥਾ ਨਹੀਂ ਕਦੇ ਲਾਈਦਾ ਗੁਰੂ ਦੇ ਨਾਲ, ਕਦੇ ਬਰਾਬਰੀ ਨਹੀਂ ਕਰੀਦੀ ਹੈ ਵੀ ਮਹਾਰਾਜ ਨੇ ਕੀਤਾ ਤੇ ਮੈਂ ਵੀ ਕਰਕੇ ਵਿਖਾਵਾਂਗਾ।
ਗੁਰਮੁਖੋ ਕਈ ਵਾਰੀ ਸਾਡੇ ਮਨ ਵਿੱਚ ਵੀ ਐਸੀਆਂ ਵਿਚਾਰਾਂ ਆ ਜਾਂਦੀਆਂ, ਅਸੀਂ ਬਰਾਬਰੀ ਕਰਨ ਦਾ ਯਤਨ ਕਰਨ ਲੱਗ ਪੈਂਦੇ। ਨਹੀਂ, ਮਾਮਾ ਕਿਰਪਾਲ ਚੰਦ ਨੇ ਸਮਝਾਇਆ, ਕਹਿਣ ਲੱਗੇ ਮਹਾਰਾਜ ਦੀ ਵਡਿਆਈ ਬੜੀ ਵੱਡੀ ਜੇ, ਕਦੇ ਮਹਾਰਾਜ ਦੇ ਬਲ ਨੂੰ ਪਰਖਣਾ ਨਹੀਂ ਚਾਹੀਦਾ ਹੈ। ਆਪ ਤੁਰੰਗ ਪੈ ਹਾਥਨ ਸਾਥ। ਸਤਿਗੁਰੂ ਪਾਤਸ਼ਾਹ ਘੋੜੇ ਤੇ ਚੜੇ ਹੋਏ ਆਪ, ਤੇ ਘੋੜੇ ਤੇ ਚੜੇ ਚੜਾਇਆ ਹੀ ਮਹਾਰਾਜ ਨੇ ਬਰਸ਼ੇ ਨੂੰ ਪਾਇਆ ਹੱਥ, ਤੇ ਸਤਿਗੁਰਾਂ ਨੇ ਉਸ ਵੇਲੇ ਬਾਹਰ ਕੱਢਿਆ ਹੈ। ਨਿਕਾਸਨ ਕੀਨ ਛੁੱਟੀ ਜਲ ਧਾਰਾ। ਕਹਿਣ ਲੱਗੇ ਵੀ ਇਸ ਤਰ੍ਹਾਂ ਦੂਜੇ ਥਾਂ ਤੋਂ ਜਦੋਂ ਵਰਸ਼ਾ ਪਟਿਆ ਨਾ, ਉਹਦੇ ਵਿੱਚੋਂ ਵੀ ਪਾਣੀ ਦੀ ਬੜੀ ਸੋਹਣੀ ਨਿਰਮਲ ਧਾਰਾ, ਉਜਲ ਪਾਣੀ, ਬੜਾ ਸੋਹਣਾ ਸਾਫ਼ ਪੀਣ ਵਾਲਾ, ਬੜਾ ਚੰਗਾ ਜਲ ਉਹਦੇ ਵਿੱਚੋਂ ਪ੍ਰਾਪਤ ਹੋਇਆ ਹੈ। ਦੌਨ ਤੇ ਨਿਰਮਲ ਨੀਰ ਚਲਿਓ। ਕਹਿਣ ਲੱਗੇ ਦੋਨਾਂ ਦੇ ਵਿੱਚੋਂ ਨਾ ਨਿਰਮਲ ਪਾਣੀ, ਸਾਫ਼ ਪਾਣੀ, ਪਹਿਲਾ ਵਰਸ਼ਾ ਮਾਰਿਆ ਉਹਦੇ ਵਿੱਚੋਂ ਵੀ ਇੱਕ ਧਾਰਾ ਚੱਲੀ, ਫੁਹਾਰਾ ਚੱਲਿਆ ਤੇ ਬੜਾ ਸਾਫ਼ ਪਾਣੀ ਹੈ। ਦੂਜੇ ਵਿੱਚ ਵੀ ਵਰਸ਼ਾ ਮਾਰਿਆ, ਉਹਦੇ ਵਿੱਚ ਵੀ ਕਹਿੰਦੇ ਬੜਾ ਸਾਫ਼ ਪਾਣੀ ਪੀਣ ਨੂੰ ਮਿਲਿਆ ਹੈ। ਅਬ ਲੋਕ ਅਚੰਭ ਸਵੈ ਤਵ ਧਾਰਾ। ਤੇ ਸਾਰੇ ਲੋਕ ਬੜੇ ਹੈਰਾਨ ਨੇ ਵੀ ਮਹਾਰਾਜ ਵੇਖੋ ਪੱਥਰਾਂ ਵਿੱਚੋਂ ਵੀ ਪਾਣੀ ਪਾਤਸ਼ਾਹ ਕੱਢੀ ਆਉਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਗਏ ਨਾ ਨਾਨਕ ਝੀਰਾ ਸਾਹਿਬ ਦੀ ਧਰਤੀ ਤੇ, ਉਥੋਂ ਦੀ ਸੰਗਤ ਨੇ ਵੀ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਇੱਥੇ ਪਾਣੀ ਪੀਣ ਨੂੰ ਪ੍ਰਾਪਤ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣਾ ਚਰਨ ਉੱਥੇ ਲਾ ਕੇ ਤੇ ਪਾਣੀ ਦਾ ਉਥੋਂ ਚਸ਼ਮਾ ਪੈਦਾ ਕੀਤਾ ਸੰਗਤ ਦੇ ਪੀਣ ਵਾਸਤੇ। ਅੱਜ ਵੀ ਉਹ ਸ਼ਹਿਰ ਦੇ, ਕਰਨਾਟਕ ਦੇ ਜਿਹੜੇ ਸ਼ਹਿਰ ਨੇ ਨਾ ਬਿਦਰ ਦੇ ਉਸ ਥਾਂ ਦੇ, ਉਹ ਜਿਹੜੇ ਸ਼ਹਿਰ ਦੇ ਨਿਵਾਸੀ ਅੱਜ ਵੀ ਉੱਥੋਂ ਪਾਣੀ ਲਿਜਾ ਕੇ ਉਸ ਜਲ ਨੂੰ ਛਕਦੇ। ਤੇ ਕਈਆਂ ਲੋਕਾਂ ਨੇ ਯਤਨ ਵੀ ਕੀਤਾ, ਕਿਉਂਕਿ ਸ਼ਰਾਰਤੀ ਦਿਮਾਗ ਵੀ ਸਾਡੇ ਵਿੱਚ ਬਹੁਤੇ ਨੇ ਨਾ, ਅਸੀਂ ਰੱਬ ਦਾ ਅੰਤ ਪਾਉਣ ਵਾਸਤੇ ਤੁਰ ਪੈਂਦੇ। ਕਈਆਂ ਲੋਕਾਂ ਨੇ ਉਹ ਥਾਂ ਪਟਣੀ ਸ਼ੁਰੂ ਕਰ ਦਿੱਤੀ ਵੀ ਵੇਖੀਏ ਇਹ ਕਿੱਥੋਂ ਕੁ ਤੱਕ ਪਾਣੀ ਹੈ, ਕਿੱਥੋਂ ਪਾਣੀ ਆਉਂਦਾ। ਮਹਾਰਾਜ ਨੇ ਤੇ ਚਰਨ ਲਾਏ ਤੇ ਪਾਣੀ ਮਿਲਿਆ, ਪਾਣੀ ਪ੍ਰਾਪਤ ਹੋਇਆ। ਕਈਆਂ ਦੇ ਮਨ ਵਿੱਚ ਵਿਚਾਰ ਆ ਗਈ ਵੀ ਇਹ ਲੱਭਣਾ ਚਾਹੀਦਾ ਵੀ ਪਾਣੀ ਆਉਂਦਾ ਕਿਹੜੇ ਪਾਸਿਓਂ ਹੈ। ਉਹ ਲੈ ਕੇ ਕਈਆਂ ਆਪਣੇ ਵੱਡੇ ਵੱਡੇ ਔਜ਼ਾਰ ਲੈ ਕੇ ਤੇ ਪੱਟਣ ਲੱਗ ਪਿਆ ਧਰਤੀ ਨੂੰ। ਪੱਟਦੇ ਗਏ ਪਰ ਪਤਾ ਹੀ ਨਹੀਂ ਲੱਗਦਾ, ਪਾਣੀ ਕਦੇ ਫੁੱਟ ਸੱਜੇ ਪਾਸਿਓਂ, ਕਦੇ ਫੁੱਟ ਖੱਬੇ ਪਾਸਿਓਂ, ਪੱਟਦਿਆਂ ਪੱਟਦਿਆਂ ਕਿੱਥੋਂ ਤੱਕ ਹੀ ਲੈ ਗਿਆ। ਪਰ ਉਹ ਪਤਾ ਹੀ ਨਹੀਂ ਲੱਗਾ ਵੀ ਪਾਣੀ ਕਿਹੜੇ ਬੰਨਿਓ ਚਸ਼ਮਾ ਜਿਹੜਾ ਫੁੱਟਿਆ ਹੋਇਆ, ਕਿਹੜੇ ਬੰਨਿਓ ਪਾਣੀ ਆਉਂਦਾ। ਇਹ ਮਹਾਰਾਜ ਦੇ ਕੌਤਕ ਨੇ, ਕੌਤਕਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਮਹਾਨ ਬਚਨ ਨੇ। ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ, ਕਹਿਣ ਲੱਗੇ ਅੰਤ ਨਾ ਸਿਫਤੇ ਕਹਿਨ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਇਹ ਪਾਠ ਜਪਜੀ ਸਾਹਿਬ ਦਾ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਨੇ ਕੀਤਾ। ਭਾਵ ਇਹ ਹੈ ਵੀ ਪ੍ਰਮਾਤਮਾ ਦੇ ਜਿਹੜੇ ਕਰਨੇ ਕੰਮ ਨੇ ਨਾ, ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਅੰਤ ਨਾ ਕਰਨਾ, ਤੂੰ ਕੀ ਕਰਦਾ ਪਿਆ ਪ੍ਰਮਾਤਮਾ, ਇਹਦਾ ਅੰਤ ਕੋਈ ਨਹੀਂ ਪਾ ਸਕਦਾ। ਭਾਵੇਂ ਦੁਨੀਆ ਦੇ ਲੋਕ ਪੱਟੀ ਜਾਣ, ਲੱਭੀ ਜਾਣ, ਬੜੇ ਬੜੇ ਸਾਇੰਸਦਾਨ ਵੀ ਜਿਹੜੇ ਨੇ ਉਹ ਕਈ ਤਰ੍ਹਾਂ ਦੇ ਉੱਥੇ ਪ੍ਰੈਕਟੀਕਲ ਕਰਦੇ, ਖੋਜਾਂ ਕਰਦੇ, ਪਰਮਾਤਮਾ ਦੇ ਅੱਗੇ ਸਾਰੇ ਹਾਰ ਜਾਂਦੇ, ਬੌਣੇ ਰਹਿ ਜਾਂਦੇ, ਨੀਵੇਂ ਰਹਿ ਜਾਂਦੇ। ਨਹੀਂ ਉਹਦੇ ਅੰਤ ਨੂੰ ਕੋਈ ਪਾ ਸਕਦਾ, ਐਸੀ ਉਸ ਦੀ ਮਹਿਮਾ ਬੇਅੰਤ ਹੈ। ਤੇ ਆਪਾਂ ਇਤਿਹਾਸ ਵਿੱਚ ਇਹ ਵੀ ਬਚਨ ਸਰਵਣ ਕੀਤਾ ਸੀ ਕਿ ਹਸਨ ਅਬਦਾਲ ਜੋ ਪਾਕਿਸਤਾਨ ਦੇ ਵਿੱਚ ਹੈ, ਪੱਥਰ ਨੂੰ ਪੰਜਾ ਲਾਇਆ, ਕਈ ਲੋਕ ਉਸ ਪੰਜੇ ਨੂੰ ਲੱਭਣ ਵਾਸਤੇ ਪੱਥਰ ਨੂੰ ਤੋੜੀ ਜਾਂਦੇ ਥੋੜੀਆਂ ਛਾਣੀਆਂ ਦੇ ਨਾਲ ਵੀ ਪੱਥਰ ਨੂੰ ਲੱਭੀਏ, ਵੀ ਕਿੱਥੋਂ ਤੱਕ ਪੰਜਾ ਮਿਟਾ ਦਈਏ ਨਿਸ਼ਾਨ ਮਹਾਰਾਜ ਦਾ। ਪਰ ਇਸ ਤਰ੍ਹਾਂ ਨਹੀਂ ਮਿਟਿਆ ਜਾਂਦਾ ਜਿੱਥੇ ਗੁਰੂ ਪਾਤਸ਼ਾਹ ਆਪ ਰਹਿਮਤ ਕਰਦੇ ਨੇ। ਐਸੀ ਵੱਡੀ ਬਖਸ਼ਿਸ਼ ਹੈ, ਮਹਾਰਾਜ ਜਿੱਥੇ ਵੀ ਜਾਂਦੇ ਐਸਾ ਨਿਵੇਕਲਾ ਕੌਤਕ ਮਹਾਰਾਜ ਕਰਦੇ। ਸੋ ਕਹਿਣ ਲੱਗੇ ਪਾਤਸ਼ਾਹ ਜੀ ਨੇ ਪਹਿਲਾਂ ਜਦੋਂ ਬਰਸਾ ਧੋਬੀ ਨੇ ਆਖਿਆ ਵੀ ਮਹਾਰਾਜ ਪਾਣੀ ਨਹੀਂ ਮਿਲਦਾ, ਵਰਸ਼ਾ ਮਾਰ ਕੇ ਪਾਣੀ ਕੱਢਿਆ। ਦੂਜੀ ਵਾਰੀ ਫਿਰ ਬੇਨਤੀ ਹੋਈ, ਇੱਕ ਸਿੱਖ ਦੇ ਮਨ ਵਿੱਚ ਵਿਚਾਰ ਆ ਗਿਆ ਮੈਨੂੰ ਮੌਕਾ ਮਿਲਦਾ ਤੇ ਮੈਂ ਇਹ ਕਾਰਜ ਕਰਦਾ। ਜਦੋਂ ਉਹਦੇ ਕੋਲੋਂ ਵੀ ਕਾਮਯਾਬੀ ਨਹੀਂ ਹੁੰਦੀ ਹੈ, ਦੋ ਧਾਰਾਂ ਪਾਣੀ ਦੀਆਂ, ਦੋ ਚਸ਼ਮੇ ਜਿਹੜੇ ਨੇ ਪਾਣੀ ਦੇ ਧਰਤੀ ਵਿੱਚੋਂ, ਗੁਰਮੁਖੋ ਪੱਥਰਾਂ ਵਿੱਚੋਂ ਮਹਾਰਾਜ ਨੇ ਪਾਣੀ ਕੱਢ ਕੇ ਉਸ ਵੇਲੇ ਸੰਗਤ ਦੇ ਛਕਣ ਵਾਸਤੇ ਨਿਰਮਲ ਜਲ ਦੀ ਉੱਥੇ ਧਾਰਾ ਚਲਾ ਦਿੱਤੀ ਹੈ। ਇਹ ਆਪਾਂ ਗੁਰਦੁਆਰਾ ਜਿਹੜਾ ਹੈ ਗੁਰੂ ਕਾ ਲਾਹੌਰ, ਉਹਦਾ ਇਤਿਹਾਸ ਸਰਵਣ ਕਰਦੇ ਪਏ, ਜਿੱਥੇ ਮਹਾਰਾਜ ਜੀ ਆਪਣਾ ਪਹਿਲਾ ਵਿਆਹ ਕਰਾਉਣ ਵਾਸਤੇ ਪਹੁੰਚੇ। ਗੁਰਦੁਆਰਾ ਸਾਹਿਬ ਦਾ ਨਾਮ ਤ੍ਰਿਵੇਣੀ ਸਾਹਿਬ ਹੈ। ਇੱਥੇ ਮਹਾਰਾਜ ਐਸਾ ਕੌਤਕ ਰਚਦੇ ਹਨ, ਜਿਉਂ ਜਲ ਹੋਵੇ ਸਲਤਾ ਬੜਕੋ। ਕਹਿਣ ਲੱਗੇ ਜਿਵੇਂ ਕਿਸੇ ਵੱਡੀ ਨਦੀ ਦਾ ਬੜਾ ਸਾਫ਼ ਜਲ, ਠੰਡਾ ਜਲ, ਮਿੱਠਾ ਜਲ ਪੀਣ ਵਾਸਤੇ ਪ੍ਰਾਪਤ ਹੁੰਦਾ ਹੈ। ਕਿਤ ਤੇ ਆਵਤ ਬੇਗ ਉਦਾਰਾ। ਇਸੇ ਤਰ੍ਹਾਂ ਕਹਿੰਦੇ ਬੜੀ ਬੇਗ ਦੇ ਨਾਲ, ਬੜੀ ਤੇਜ਼ੀ ਦੇ ਨਾਲ, ਬੜੀ ਸਪੀਡ ਦੇ ਨਾਲ ਜਲ ਆਉਂਦਾ। ਇਹ ਨਹੀਂ ਵੀ ਹੌਲੀ ਹੌਲੀ ਕਦੇ ਬੰਦ ਹੋ ਗਿਆ, ਕਦੇ ਆ ਗਿਆ। ਭਾਵੇਂ ਸਾਇੰਸ ਨੇ ਕਿੰਨੀ ਤਰੱਕੀ ਕੀਤੀ ਹੈ, ਅਸੀਂ ਬੜਾ ਕੁਝ ਕਰ ਲਿਆ ਹੈ, ਪਰ ਕੁਦਰਤ ਦੇ ਅੱਗੇ ਸਭ ਕੁਝ ਨੀਵਾਂ ਰਹਿ ਜਾਂਦਾ, ਬੌਣਾ ਰਹਿ ਜਾਂਦਾ ਹੈ। ਕਹਿਣ ਲੱਗੇ ਪਾਣੀ ਇਸ ਤਰ੍ਹਾਂ ਪ੍ਰਾਪਤ ਹੁੰਦਾ ਪਿਆ ਹੈ।
ਮੰਨ ਲਓ ਕਿਸੇ ਵੱਡੀ ਨਦੀ ਦੇ ਵਿੱਚੋਂ ਹੀ ਮੋਗਾ ਪਾ ਦਿੱਤਾ ਹੋਵੇ, ਬੜਾ ਸਾਫ਼ ਜਲ ਉੱਥੋਂ ਪ੍ਰਾਪਤ ਹੋਇਆ ਹੈ। ਹਾਥ ਪ੍ਰਮਾਨ ਧਸਿਓ ਵਰਸ਼ਾ ਇਹ ਤਿਸ। ਜਿਹੜਾ ਵਰਸ਼ਾ ਸੀ ਨਾ ਮਹਾਰਾਜ ਜੀਆਂ ਦੇ ਕੋਲ ਹੱਥ ਤੱਕ ਭਾਵ ਇਹ ਹੁੰਦਾ ਵੀ ਸਾਰਾ ਪੰਜਾ ਤੇ ਆਪਣੀ ਜਿਹੜੀ ਕੂਹਣੀ ਹੈ, ਇਹਨਾਂ ਵਰਸ਼ਾ ਮਹਾਰਾਜ ਨੇ ਧਰਤੀ ਵਿੱਚ ਗੱਡ ਦਿੱਤਾ ਸੀ ਜ਼ੋਰ ਦੇ ਨਾਲ, ਜਦੋਂ ਪਾਣੀ ਉਸ ਧੋਬੀ ਦੇ ਕਹਿਣ ਕਰਕੇ ਪ੍ਰਗਟ ਕੀਤਾ ਹੈ। ਤਿਸ ਤੇ ਅਬ ਛੂਟ ਚਲਿਓ ਜਲ ਧਾਰਾ। ਤੇ ਕਹਿਣ ਲੱਗੇ ਬੜੀਆਂ ਸੋਹਣੀਆਂ ਜਲ ਦੀਆਂ ਧਾਰਾਂ, ਬੜਾ ਸੋਹਣਾ ਪਾਣੀ ਨਿਰਮਲ ਉਹਦੇ ਵਿੱਚੋਂ ਨਿਕਲਦਾ ਪਿਆ, ਤੇ ਸੰਗਤ ਵੇਖ ਕੇ ਬੜੀ ਖੁਸ਼ ਹੋਈ ਹੈ। ਮਾਤੁਲ ਬਾਤ ਗਹੀ ਸੁਣੀਏ ਪ੍ਰਭ। ਉਸ ਵੇਲੇ ਮਾਮਾ ਜੀ ਕੋਲ ਖਲੋਤੇ ਹੋਏ, ਗੁਰਮੁਖੋ ਭਾਵੇਂ ਮਾਮਾ ਜੀ ਰਿਸ਼ਤੇਦਾਰੀ ਵਿੱਚ ਵੀ ਵੱਡੇ ਨੇ ਅਤੇ ਉਮਰਾਂ ਦੇ ਵਿੱਚ ਵੀ ਵੱਡੇ, ਬੜੇ ਸਤਿਕਾਰਯੋਗ ਨੇ ਮਾਮਾ ਕਿਰਪਾਲ ਚੰਦ ਜੀ, ਪਰ ਫਿਰ ਵੀ ਆਪਣੇ ਭਾਣਜੇ ਨੂੰ ਉਮਰਾਂ ਵਿੱਚ ਵੀ ਛੋਟਾ ਹੈ, ਹੱਥ ਜੋੜ ਕੇ ਬੇਨਤੀ ਕੀਤੀ, ਆਖਿਆ ਹੈ ਪਰਮਾਤਮਾ ਦੇ ਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ, ਮੈਂ ਬੇਨਤੀ ਕਰਦਾ। ਬੇਨਤੀ ਸ਼ਬਦ ਲਿਖਿਆ, ਨਹੀਂ ਤੇ ਇਹ ਨਹੀਂ ਆਖਿਆ ਵੀ ਮੈਂ ਮਾਮਾ ਹਾਂ ਤੇ ਮੇਰੀ ਆ ਗੱਲ ਮੰਨੀ ਜਾਵੇ। ਅੱਜ ਕੱਲ੍ਹ ਆਪਾਂ ਕਰਦੇ ਨਾ ਰਿਸ਼ਤੇਦਾਰੀਆਂ ਤੇ ਚਾਰ ਰਿਸ਼ਤੇਦਾਰ ਇਕੱਠੇ ਹੋ ਜਾਂਦੇ, ਉਹ ਆਪਣੀ ਹੈਂਕੜ ਜਮਾਉਂਦੇ, ਆਪਣੀ ਮੰਨਤ ਮਨਾਉਂਦੇ ਕਿ ਮੈਂ ਰੁੱਸ ਜਾਵਾਂਗਾ ਜੇ ਆਹ ਕੰਮ ਨਾ ਕੀਤਾ, ਮੇਰੇ ਕਹਿਣ ਤੇ ਨਾ ਚੱਲੇ ਤੇ ਮੈਂ ਤੁਹਾਡੇ ਨਾਲ ਕਦੇ ਤੁਹਾਡੇ ਘਰ ਨਹੀਂ ਆਵਾਂਗਾ। ਇਸ ਤਰ੍ਹਾਂ ਦੀ ਹਾਲਤ ਬਣ ਗਈ ਹੈ। ਪਰ ਮਹਾਰਾਜ ਜੀਆਂ ਦੇ ਮਾਮਾ ਜੀ, ਰਿਸ਼ਤੇਦਾਰੀ ਵੱਡੀ ਹੈ, ਉਮਰਾਂ ਵੀ ਵੱਡੀ ਹੈ, ਪਰ ਉਹ ਬੇਨਤੀ ਕਰਦੇ ਪਏ, ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਆਪ ਜੀ ਪਰਮੇਸ਼ਰ ਦਾ ਰੂਪ ਹੋ, ਮੈਂ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਦਾ ਪਿਆ, ਆਪ ਜੀ ਕਿਰਪਾ ਕਰਕੇ ਸੁਣਨਾ ਕਰੋ। ਜੋ ਜੁਗਤਾਰ ਚਲੀ ਜਲ ਕੇ। ਤੇ ਸਤਿਗੁਰੂ ਪਾਤਸ਼ਾਹ ਜੀ ਦੋ ਪਾਣੀ ਦੀਆਂ ਧਾਰਾਂ ਤੇ ਆਪ ਜੀ ਨੇ ਕੱਢ ਦਿੱਤੀਆਂ, ਦੋ ਤੇ ਪਾਣੀ ਦੇ ਚਸ਼ਮੇ ਪਾਣੀ ਵਿੱਚੋਂ ਮਿਲੇ ਹਨ। ਕੀਜੇ ਆਪ ਤ੍ਰਿਵੈਣੀ ਯਹਾਂ। ਸਤਿਗੁਰੂ ਪਾਤਸ਼ਾਹ ਕਿਰਪਾ ਹੈ ਘੋਰ ਕਰੋ, ਜਿੱਥੇ ਦੋ ਵਾਰੀ ਵਰਸ਼ਾ ਮਾਰਿਆ, ਤੀਜੀ ਵਾਰੀ ਵੀ ਮਹਾਰਾਜ ਮਾਰੋ, ਇੱਕ ਪਾਣੀ ਦੀ ਧਾਰਾ ਪਾਤਸ਼ਾਹ ਜੀ ਹੋਰ ਬਾਹਰ ਕੱਢੋ। ਕਿਉਂ? ਕਿਉਂਕਿ ਦੋ ਧਾਰਾਂ ਤੇ ਪਹਿਲਾਂ ਨਿਕਲੀਆਂ, ਹੁਣ ਤੀਜੀ ਵੀ ਨਿਕਲੇਗੀ, ਇੱਥੇ ਤ੍ਰਿਵੇਣੀ ਪ੍ਰਗਟ ਹੋਵੇਗੀ। ਇਹ ਬੜਾ ਵੱਡਾ ਤੀਰਥ ਬਣੇਗਾ ਗੁਰੂ ਕਿਆਂ ਸਿੱਖਾਂ ਦੇ ਇਸ਼ਨਾਨ ਕਰਨ ਵਾਸਤੇ, ਇਹ ਅਤੇ ਕਈ ਰੋਗਾਂ ਨੂੰ ਕੱਟਣ ਵਾਸਤੇ ਇਹ ਮਹਾਰਾਜ ਤੀਰਥ ਹੀ ਬਣਾ ਦਿਓ। ਤੁਹਾਡੀ ਯਾਦ ਲੋਕਾਂ ਨੂੰ, ਸੰਗਤਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਇੱਥੇ ਬਰਾਤ ਲੈ ਕੇ ਆਏ ਸਨ, ਔਰ ਸੰਗਤ ਦੇ ਕਹਿਣ ਕਰਕੇ ਮਹਾਰਾਜ ਨੇ ਕੌਤਕ ਰਚਿਆ ਹੈ, ਇਹ ਸੰਗਤਾਂ ਨੂੰ ਪਤਾ ਰਵੇ। ਪਾਤਸ਼ਾਹ ਕਿਰਪਾ ਕਰੋ, ਤੀਜੀ ਵਾਰੀ ਵੀ ਵਰਸ਼ਾ ਮਾਰ ਕੇ ਇੱਕ ਪਾਣੀ ਦਾ ਚਸ਼ਮਾ ਇੱਥੋਂ ਹੋਰ ਪ੍ਰਗਟ ਕਰੋ, ਤਿੰਨ ਪਾਣੀ ਦੀਆਂ ਧਾਰਾਂ ਨਿਕਲਣਗੀਆਂ, ਤ੍ਰਿਵੇਣੀ ਬਣ ਜਾਏਗੀ, ਇਹ ਆਪ ਜੀ ਕਿਰਪਾ ਕਰਨੀ ਕਰੋ। ਦਰਸੈ ਸਭ ਸੰਗਤ ਪਾਸ਼ਲ ਕੀ। ਮਹਾਰਾਜ ਤੁਹਾਡੇ ਤੋਂ ਬਾਅਦ ਵਿੱਚ, ਸਾਡੇ ਤੋਂ ਬਾਅਦ ਵਿੱਚ, ਇਹ ਤੇ ਜੁਗਾਂ ਜੁਗਾਂ ਤੱਕ ਰਹਿਣ ਵਾਲੇ ਸਥਾਨ ਨੇ। ਸਾਰੀਆਂ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਦਰਸ਼ਨ ਕਰਦੀਆਂ ਰਹਿਣਗੀਆਂ ਕਿ ਧੰਨ ਦਸਵੇਂ ਪਾਤਸ਼ਾਹ ਆਏ ਸਨ ਆਨੰਦ ਕਾਰਜ ਦੇ ਵਿਆਹ ਕਰਾਉਣ ਵਾਸਤੇ, ਤੇ ਸੰਗਤ ਦੇ ਭਲੇ ਵਾਸਤੇ ਮਹਾਰਾਜ ਨੇ ਇੱਥੇ ਪਾਣੀ ਦੇ ਚਸ਼ਮੇ ਪੈਦਾ ਕਰ ਦਿੱਤੇ। ਪਾਤਸ਼ਾਹ ਸੰਗਤਾਂ ਦੀ ਯਾਦਗਾਰ ਬਣ ਜਾਵੇ, ਐਸੀ ਆਪ ਜੀ ਕਿਰਪਾ ਕਰੋ। ਸੈਂਕੜੇ ਸੰਬਦ ਚਿੰਮਤ ਹੋਵੇ। ਮਹਾਰਾਜ ਇਹ ਸੈਂਕੜੇ ਸੰਮਤ, ਸੈਂਕੜੇ ਸਾਲ ਇਹ ਨਿਸ਼ਾਨੀ ਰਹਿਣੀ ਹੈ, ਸੈਂਕੜਾ ਸੌ, ਕਈ 100 ਸਾਲ ਤੱਕ, ਕਈ ਸਦੀਆਂ ਤੱਕ ਇਹ ਨਿਸ਼ਾਨੀ ਰਹੇਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੌਤਕ ਰਚੇ ਹਨ। ਇਹ ਸਾਖ ਰਹਿ ਤੁਮਰੇ ਬਲ ਕੀ। ਸਤਿਗੁਰੂ ਜੀ ਸੰਗਤਾਂ ਜਾਣਨਗੀਆਂ ਵੀ ਸਾਡੇ ਗੁਰੂ ਵਿੱਚ ਕਿੰਨਾ ਬਲ ਹੈ, ਕਿੰਨੀ ਤਾਕਤ ਹੈ। ਦੁਨੀਆ ਦੇ ਲੋਕ ਆਖਦੇ ਮਹਾਰਾਜ ਨੇ ਏਡੇ ਏਡੇ ਵੱਡੇ ਜੰਗ ਕਿਵੇਂ ਜਿੱਤ ਲਏ, ਮਹਾਰਾਜ ਦੇ ਚਲਾਏ ਹੋਏ ਤੀਰ ਇੰਨੀ ਦੂਰ ਕਿਵੇਂ ਚਲੇ ਜਾਂਦੇ। ਗੁਰਮੁਖੋ ਤੁਹਾਡੇ ਸਾਹਮਣੇ ਤ੍ਰਿਵੇਣੀ ਦਾ ਇਤਿਹਾਸ ਹੈ। ਜਿਸ ਗੁਰੂ ਦਾ ਮਾਰਿਆ ਹੋਇਆ ਵਰਸ਼ਾ ਪੱਥਰ ਨੂੰ ਪਾੜ ਕੇ ਧਰਤੀ ਵਿੱਚ ਗੱਡਿਆ ਜਾਂਦਾ ਹੈ, ਉਸ ਗੁਰੂ ਦੇ ਚਲਾਏ ਹੋਏ ਤੀਰ ਜਿਹੜੇ ਨੇ ਉਹ ਦੁਸ਼ਮਣ ਦੀ ਛਾਤੀ ਪਾੜ ਕੇ ਕਿਉਂ ਨਹੀਂ ਪਾਰ ਹੋ ਸਕਦੇ? ਜ਼ਰੂਰ ਹੋ ਸਕਦੇ ਨੇ। ਐਸੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੋ, ਮਹਾਰਾਜ ਸਾਹਿਬ ਜੀ ਦਾ ਬਲ ਹੀ ਐਸਾ ਹੈ, ਤਾਕਤ ਹੀ ਐਸੀ ਹੈ, ਜਿਹਨੂੰ ਆਪਣਾ ਬਲ ਬਖਸ਼ਿਸ਼ ਕਰ ਦਿੰਦੇ, ਉਹਦੇ ਕੋਲੋਂ ਐਸੇ ਕੌਤਕ ਕਰਾਉਣ ਵਾਲੇ ਹਨ। ਵਿਆਹ ਭਇਓ ਸਭ ਲੋਕ ਲਖੈ। ਮਹਾਰਾਜ ਤੁਹਾਡਾ ਇੱਥੇ ਵਿਆਹ ਹੋਇਆ, ਇਹ ਮਾਮਾ ਕਿਰਪਾਲ ਚੰਦ ਜੀ ਬੇਨਤੀਆਂ ਕਰਦੇ ਪਏ ਕਿ ਮਹਾਰਾਜ ਤੁਹਾਡਾ ਵਿਆਹ ਹੋਇਆ, ਸਾਰੀ ਸੰਗਤ ਇਸ ਗੱਲ ਦੀ ਇਹ ਨਿਸ਼ਾਨੀ ਰੱਖ ਦਿਓ, ਇਹ ਸਾਥ ਬਣ ਜਾਵੇ, ਸ਼ਾਖ ਬਣ ਜਾਵੇ, ਇਹ ਆਪ ਜੀ ਕਿਰਪਾ ਕਰੋ। ਬਿਤਰੈ ਮਹਿਮਾ ਇਮਿਆ ਬਲਕੀ। ਤੇ ਮਹਾਰਾਜ ਇਸ ਥਲ ਦੀ ਮਹਿਮਾ ਬਣ ਜਾਵੇ, ਜਿਵੇਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਪਣਾ ਆਨੰਦ ਕਾਰਜ ਵਿਆਹ ਕਰਾਉਣ ਵਾਸਤੇ ਬਟਾਲਾ ਦੀ ਧਰਤੀ ਤੇ ਗਏ ਨਾ, ਬਟਾਲਾ ਨਗਰ ਹੈ, ਤੇ ਉੱਥੇ ਇੱਕ ਟੁੱਟੀ ਹੋਈ ਕੰਧ, ਡਿੱਗਣ ਵਾਲੀ ਕੱਚੀ ਕੰਧ ਹੈ, ਜਾਣ ਬੁੱਝ ਕੇ ਮਹਾਰਾਜ ਨੂੰ ਕੋਲ ਬਿਠਾ ਦਿੱਤਾ ਗਿਆ ਵੀ ਕੰਧ ਡਿੱਗੇਗੀ ਔਰ ਇਹ ਸਾਰੇ ਥੱਲੇ ਆ ਜਾਣਗੇ। ਇੱਕ ਮਾਈ ਬਜ਼ੁਰਗ ਉੱਥੋਂ ਲੰਘਦੀ ਪਈ ਹੈ, ਬੜੀ ਸਿਆਣੀ ਹੈ, ਉਸਨੇ ਵੇਖਿਆ ਬਰਾਤੀ ਬਾਹਰੋਂ ਆਏ, ਇਹਨਾਂ ਨੂੰ ਪਤਾ ਨਹੀਂ ਹੈ, ਕੋਲ ਹੋ ਕੇ ਮਹਾਰਾਜ ਨੂੰ ਆਖਿਆ, ਕਹਿਣ ਲੱਗੀ ਪਾਤਸ਼ਾਹ ਉੱਠ ਜਾਓ ਇੱਥੋਂ, ਇਹ ਕੰਧ ਡਿੱਗਣ ਵਾਲੀ ਹੈ, ਨੁਕਸਾਨ ਹੋ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੁਣੇ ਬਚਨ,
ਕਹਿਣ ਲੱਗੇ ਮਾਤਾ ਇਹ ਕੰਧ ਹੁਣ ਡਿੱਗਣਾ ਤੇ ਦੂਰ ਦੀ ਗੱਲ ਹੈ ਤੇ ਕਈ ਯੁੱਗਾਂ ਤੱਕ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ। ਇਹ ਨਹੀਂ ਡਿੱਗੇਗੀ, ਇਹ ਨਿਸ਼ਾਨੀ ਰਹੇਗੀ। ਉਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰਮੁਖੋ ਗੁਰਦੁਆਰਾ ਕੰਧ ਸਾਹਿਬ ਹੈ। ਅੱਜ ਵੀ ਉਹ ਨਿਸ਼ਾਨੀ ਮਹਾਰਾਜ ਸਾਹਿਬ ਜੀਆਂ ਦੀ ਹੂ ਬਹੂ ਉੱਥੇ ਪ੍ਰਾਪਤ ਹੈ। ਪਰ ਸਾਡੇ ਲੋਕਾਂ ਵਿੱਚ ਨਾ ਆਪਣੀ ਸਾਨੂੰ ਹੁੰਦਾ ਵੀ ਮੈਨੂੰ ਸਭ ਕੁਝ ਮਿਲੇ, ਦੂਜੇ ਵਾਸਤੇ ਨਹੀਂ। ਉਸ ਕੰਧ ਦੀ ਮਿੱਟੀ ਨੂੰ ਜਿਹੜਾ ਵੀ ਸੰਗਤ ਜਾਵੇ ਮੱਥਾ ਟੇਕਣ, ਮਿੱਟੀ ਦੀ ਚੁੰਡੀ ਭਰ ਲਿਆ ਕਰੇ, ਕੰਧ ਦੇ ਵਿੱਚੋਂ ਮਿੱਟੀ ਕੱਢ ਲਿਆਇਆ ਕਰੇ। ਮੈਂ ਆਪਣੇ ਘਰੇ ਲੈ ਜਾਵਾਂ, ਮੈਂ ਆਪਣੇ ਘਰੇ ਜਾ ਕੇ ਮਿੱਟੀ ਖਿਲਾਰ ਦਿਆਂ, ਕੋਈ ਆਖਦਾ ਮੈਂ ਖੇਤਾਂ ਵਿੱਚ ਖਿਲਾਰ ਲਵਾਂ। ਇਹ ਭੁੱਲ ਗਿਆ ਦਿਮਾਗ ਦੇ ਵਿੱਚੋਂ ਵੀ ਇਹ ਗੁਰੂ ਦੀ ਨਿਸ਼ਾਨੀ ਹੈ। ਸਾਰੇ ਜਾਣੇ ਚੁੰਡੀ ਚੁੰਡੀ ਲੈ ਕੇ ਆਵਾਂਗੇ ਤੇ ਉਹ ਕੰਧ ਹੀ ਨਿਬੜ ਜਾਣੀ ਹੈ, ਉੱਥੇ ਤੇ ਟੋਇਆ ਪੈ ਜਾਏਗਾ। ਵਰਜਿਆ ਗਿਆ, ਰੋਕਿਆ ਗਿਆ, ਭਾਈ ਇਹ ਕੰਮ ਨਾ ਕਰੋ। ਪਰ ਕਿੱਥੇ ਹਟਦਾ ਕੋਈ, ਲੋਕਾਂ ਨੇ ਨਹੀਂ ਛੱਡਿਆ ਉਹ ਕਾਰਜ। ਕੰਧ ਬੜੀ ਵੱਡੀ ਹੈ, ਚੁੰਡੀ ਚੁੰਡੀ ਮਿੱਟੀ ਕੱਢੀ ਤੇ ਕੰਧ ਛੋਟੀ ਹੁੰਦੀ ਗਈ। ਪ੍ਰਬੰਧਕਾਂ ਨੇ ਵੇਖਿਆ ਵੀ ਇਹ ਲੋਕ ਨਹੀਂ ਹਟਣ ਵਾਲੇ, ਫਿਰ ਉਹਨਾਂ ਨੂੰ ਇੱਕ ਫਰੇਮ ਬਣਾਉਣਾ ਪਿਆ। ਸੀਸੇ ਦਾ ਫਰੇਮ ਬਣਾ ਕੇ ਉਸ ਕੰਧ ਦੇ ਉੱਪਰ ਲਾਇਆ ਗਿਆ ਵੀ ਹੁਣ ਕੋਈ ਮਿੱਟੀ ਨਾ ਇਹਦੇ ਵਿੱਚੋਂ ਕੱਢ ਸਕੇ। ਅੱਜ ਵੀ ਆਪ ਜਾਂਦੇ ਹੋ, ਦਰਸ਼ਨ ਕਰਦੇ ਹੋ, ਉਹ ਕੰਧ ਜਿਹੜੀ ਹੈ ਨਾ ਮਹਾਰਾਜ ਦੇ ਵਿਆਹ ਦੀ ਨਿਸ਼ਾਨੀ, ਅੱਜ ਵੀ ਉਹ ਕੰਧ ਉਸ ਸੀਸੇ ਵਿੱਚ ਉਹਨੂੰ ਜੜਿਆ ਹੋਇਆ, ਸੀਸੇ ਦੇ ਵਿੱਚ ਉਸ ਨੂੰ ਰੱਖਿਆ ਹੋਇਆ ਸੰਗਤ ਦੇ ਦਰਸ਼ਨ ਕਰਨ ਵਾਸਤੇ। ਇਹ ਨਿਸ਼ਾਨੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੇ ਵਿਆਹ ਦੀ। ਇਧਰੋਂ ਮਾਮਾ ਕਿਰਪਾਲ ਚੰਦ ਜੀ ਬੇਨਤੀ ਕਰਦੇ ਪਏ, ਕਹਿਣ ਲੱਗੇ ਮਹਾਰਾਜ ਤ੍ਰਿਵੇਣੀ ਪੈਦਾ ਕਰੋ। ਆਪ ਜੀ ਦੇ ਵਿਆਹ ਦੀ ਇਹ ਸਾਖੀ, ਇਹ ਸ਼ਾਖ ਹੋਵੇਗੀ, ਇਹ ਗਵਾਹੀ ਹੋਵੇਗੀ। ਸੰਗਤਾਂ ਆਉਣ ਵਾਲੇ ਸਮੇਂ ਵਿੱਚ ਜਾਣਨਗੀਆਂ ਕਿ ਮਹਾਰਾਜ ਨੇ ਇੱਥੇ ਐਸਾ ਕੌਤਕ ਰਚਿਆ ਹੈ। ਸ਼੍ਰੀ ਕਲਗੀਧਰ ਹਾਥ ਉਬਾਰ। ਮਹਾਰਾਜ ਨੇ ਸੁਣੇ ਨਾ ਬਚਨ ਆਪਣੇ ਮਾਮਾ ਜੀ ਦੇ, ਬੜਾ ਸਤਿਕਾਰ ਕਰਦੇ ਮਹਾਰਾਜ, ਕਦੇ ਨਾ ਨਹੀਂ ਕਰਦੇ। ਤੀਜੀ ਵਾਰੀ ਫਿਰ ਮਹਾਰਾਜ ਨੇ ਵਰਸ਼ਾ ਆਪਣੇ ਹੱਥ ਵਿੱਚ ਫੜਿਆ ਹੈ। ਪ੍ਰਹਾਰ ਕਰਿਓ ਪੁਨ ਤੀਸਰ ਬਾਰੀ। ਤੀਜੀ ਵਾਰੀ ਫਿਰ ਮਹਾਰਾਜ ਜੀਆਂ ਨੇ ਬੜੇ ਜ਼ੋਰ ਦੇ ਨਾਲ ਗੁਰਮੁਖੋ ਵਰਸ਼ਾ ਜਿਹੜਾ ਸੀ ਧਰਤੀ ਦੇ ਵਿੱਚ, ਉਸ ਪੱਥਰ ਦੇ ਵਿੱਚ ਫਿਰ ਗੱਡਣ ਵਾਸਤੇ ਬੜੇ ਬਲ ਦੇ ਨਾਲ ਉਸ ਵੇਲੇ ਚਲਾਇਆ ਹੈ। ਫੇਰ ਨਿਕਾਸਨ ਕੀਨ ਮਹਾਬਲ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਤਾਕਤ ਦਾ ਅੰਤ ਕੋਈ ਨਹੀਂ ਹੈ। ਤੀਜੀ ਵਾਰੀ ਉਸੇ ਤਰ੍ਹਾਂ ਵਰਸ਼ਾ ਫਿਰ ਇੱਕ ਹੱਥ ਧਰਤੀ ਵਿੱਚ ਗੱਡਿਆ ਗਿਆ। ਜਦੋਂ ਗੱਡਿਆ ਗਿਆ ਸਾਰੀ ਸੰਗਤ ਉਸ ਵੇਲੇ ਵੇਖਦੀ ਪਈ ਮਹਾਰਾਜ ਦੇ ਐਸੇ ਕੌਤਕ ਨੂੰ। ਪਾਤਸ਼ਾਹ ਨੇ ਫਿਰ ਜ਼ੋਰ ਦੇ ਨਾਲ ਉਹ ਚਸ਼ਮਾ ਪੈਦਾ ਕਰਨ ਵਾਸਤੇ ਤੀਜੀ ਵਾਰੀ ਵਰਸ਼ੇ ਨੂੰ ਫਿਰ ਆਪਣੇ ਹੱਥਾਂ ਦੇ ਨਾਲ ਪਟਿਆ। ਸੱਜੇ ਖੱਬੇ ਵੇਖਿਆ, ਮਹਾਰਾਜ ਵੇਖਣ ਲੱਗੇ ਵੀ ਕੋਈ ਹੋਰ ਨਾ ਮਨ ਵਿੱਚ ਇੱਛਾ ਰਹਿ ਜਾਵੇ ਕਿ ਮਹਾਰਾਜ ਨੇ ਮੈਨੂੰ ਨਹੀਂ ਮੌਕਾ ਦਿੱਤਾ, ਮੈਂ ਵਰਸ਼ਾ ਪੱਟ ਕੇ ਵਿਖਾਉਂਦਾ। ਜਦੋਂ ਵੇਖਿਆ ਤੇ ਸਾਰੇ ਹੱਥ ਜੋੜ ਕੇ ਖਲੋਤੇ ਹੋਏ। ਮਹਾਰਾਜ ਜਾਣ ਗਏ ਇਹ ਹੁਣ ਕੋਈ ਨਹੀਂ ਅੱਗੇ ਆਉਣ ਵਾਸਤੇ ਤਿਆਰ। ਤੀਜੀ ਵਾਰੀ ਫਿਰ ਕਿਰਪਾਲ ਸਤਿਗੁਰੂ ਪਾਤਸ਼ਾਹ ਕਿਰਪਾਲੂ ਮਹਾਰਾਜ ਜੀਆਂ ਨੇ ਆਪ ਹੀ ਉਸ ਵਰਸ਼ੇ ਨੂੰ ਆਪਣੇ ਹੱਥਾਂ ਨਾਲ ਪਟਿਆ ਹੈ। ਤੀਨ ਸਥਾਨ ਬਇਓ ਪੁਨ ਵਾਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ 3 ਵਾਰੀ ਵਰਸ਼ਾ ਧਰਤੀ ਵਿੱਚ ਖੋਬਿਆ ਤੇ 3 ਵਾਰੀ ਉਹਦੇ ਵਿੱਚੋਂ ਪਾਣੀ ਦੀਆਂ ਧਾਰਾਂ ਪ੍ਰਾਪਤ ਹੋਈਆਂ ਹਨ। ਦੇਖਤ ਸੰਗਤ ਕੇ ਗਨ ਮਾਨੋ। ਜਿੰਨੇ ਵੀ ਇੱਥੇ ਲੋਕ ਨੇ ਸਾਰੇ ਮਹਾਰਾਜ ਦੇ ਐਸੇ ਕੌਤਕ ਨੂੰ ਦੇਖਦੇ ਪਏ ਹਨ। ਬਾਰ ਹੈ ਬਾਰ ਸੋ ਦੇ ਮਨ ਵਾਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਉੱਪਰੋਂ ਵਾਰ-ਵਾਰ ਆਪਣੇ ਮਨ ਨੂੰ ਕੁਰਬਾਨ ਕਰਦੇ, ਸਦਕੇ ਜਾਂਦੇ, ਬਲਿਹਾਰ ਜਾਂਦੇ। ਮਹਾਰਾਜ ਧੰਨ ਹੋ ਆਪ ਜੀ ਜੋ ਐਸੇ ਆਪ ਜੀ ਕੌਤਕ ਕਰਦੇ। ਜਿੰਨੀ ਸੰਗਤ ਬੈਠੀ ਹੋਈ ਮਹਾਰਾਜ ਤੋਂ ਕੁਰਬਾਨ ਜਾ ਰਹੀ ਹੈ। ਓਤ ਭਈ ਬਿਸਤੀਰਤ ਕੀਰਤ। ਇਹ ਜਿਹੜੀ ਗੁਰਮੁਖੋ ਗੱਲ ਹੈ ਨਾ, ਇਹ ਸਾਰੇ ਉਸ ਨਗਰ ਦੇ ਲੋਕਾਂ ਨੂੰ ਪਤਾ ਲੱਗਿਆ। ਬਸੰਤਗੜ੍ਹ ਉਹ ਪਿੰਡ ਦਾ ਨਾਮ ਹੈ ਜਿੱਥੇ ਗੁਰੂ ਕਾ ਲਾਹੌਰ ਬਣਿਆ। ਸੋ ਇਹ ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਹੈ। ਤੇ ਬਸੰਤਗੜ੍ਹ ਉਹ ਨਗਰ ਦਾ ਨਾਮ ਹੈ ਜਿੱਥੇ ਮਹਾਰਾਜ ਨੇ ਇਸ ਇਤਿਹਾਸਕ ਸਥਾਨ ਨੂੰ ਰਚਣ ਵਾਸਤੇ ਹੁਕਮ ਕੀਤਾ ਸੀ। ਸੋ ਇਹ 12 ਕਿਲੋਮੀਟਰ ਜਾਂ ਥੋੜਾ ਬਹੁਤਾ ਵਾਧਾ ਘਾਟਾ ਹੋ ਸਕਦਾ ਹੈ। ਇਹ ਅਨੰਦਪੁਰ ਸਾਹਿਬ ਤੋਂ ਹਿਮਾਚਲ ਦੇ ਵਿੱਚ ਇਹ ਬਣਿਆ ਹੋਇਆ ਮਹਾਰਾਜ ਜੀਆਂ ਦਾ ਇਹ ਪਵਿੱਤਰ ਇਤਿਹਾਸਕ ਸਥਾਨ। ਪਾਤਸ਼ਾਹ ਜੀ ਦੀ ਮਹਿਮਾ ਸਾਰਿਆਂ ਵਿੱਚ ਫੈਲ ਗਈ। ਜਿੰਨੇ ਉੱਥੇ ਸੰਗਤ ਆਈ ਹੈ, ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਚੱਲ ਕੇ ਆਈ, ਦੂਰੋਂ ਦੂਰੋਂ ਸ਼ਹਿਰਾਂ ਤੋਂ ਚੱਲ ਕੇ ਆਏ, ਸਾਰਿਆਂ ਵਿੱਚ ਐਸੀ ਮਹਿਮਾ ਫੈਲੀ ਹੈ। ਮਹਾਰਾਜ ਜੀ ਐਸੀ ਕੌਤਕ ਕਰਨ ਵਾਲੇ ਜਿੰਨੇ ਵੀ ਬਰਾਤੀ ਨੇ, ਜਿੰਨੇ ਵੀ ਸਹੁਰੇ ਪਰਿਵਾਰ ਦੇ ਮੈਂਬਰ, ਸਾਰਿਆਂ ਵਿੱਚ ਮਹਾਰਾਜ ਦੀ ਉਪਮਾ ਫੈਲ ਗਈ ਹੈ। ਜਿਉਂ ਬਹੁ ਮਾਲਤੀ ਕੀ ਫੁਲਵਾਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਮਾਲਤੀ ਦੇ ਫੁੱਲ ਹੁੰਦੇ ਨੇ ਨਾ, ਮਾਲਤੀ ਦੇ ਫੁੱਲਾਂ ਦੀ ਬੇਲ ਜਿਹੜੀ ਉਹ ਬੜੀ ਛੇਤੀ ਵੱਧਦੀ ਫੁੱਲਦੀ ਹੈ। ਮਾਲਤੀ ਦੇ ਫੁੱਲਾਂ ਦੀ ਮਹਿਕ ਜਿਹੜੀ ਉਹ ਬੜੀ ਛੇਤੀ ਹਵਾ ਦੇ ਨਾਲ ਮਿਲ ਕੇ ਇੱਧਰ ਉੱਧਰ ਫੈਲ ਜਾਂਦੀ ਹੈ। ਜਿਵੇਂ ਮਾਲਤੀ ਦੇ ਫੁੱਲਾਂ ਦੀ ਬੇਲ ਤੇ ਉਹਦੀ ਮਹਿਕ ਫੈਲਦੀ ਹੈ, ਐਸੇ ਤਰ੍ਹਾਂ ਮਹਾਰਾਜ ਜੀਆਂ ਦੀ ਮਹਿਮਾ ਤੇ ਵਡਿਆਈ ਸਾਰੀ ਸੰਗਤ ਵਿੱਚ ਫੈਲ ਗਈ ਹੈ। ਸ਼੍ਰੀ ਮੁਖ ਤੇ ਫਰਮਾਵਨ ਕੀ। ਮਹਾਰਾਜ ਸਾਹਿਬ ਜੀਆਂ ਨੇ 3 ਵਰਸ਼ੇ ਮਾਰ ਕੇ ਜਦੋਂ ਪਾਣੀ ਨਿਕਲਿਆ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਕਹਿਣ ਲੱਗੇ ਹਨ, ਅਹੋ ਧੁਬੀਆ ਸਭ ਚੀਰੋ ਹਮਾਰੇ। ਮਹਾਰਾਜ ਕਹਿਣ ਲੱਗੇ ਉਹ ਧੋਬੀ ਸਾਹਿਬ ਆਓ, ਨੇੜੇ ਆਓ ਸਾਡੇ। ਉਹਨੇ ਬੇਨਤੀ ਕੀਤੀ ਸੀ ਨਾ, ਮਹਾਰਾਜ ਕੱਪੜੇ ਕਿੱਥੇ ਧੋਵਾਂ, ਮੇਰੇ ਕੋਲ ਤੇ ਪਾਣੀ ਨਹੀਂ ਹੈ। ਹੁਣ 3 ਨਦੀਆਂ ਚਲਾ ਦਿੱਤੀਆਂ, 3 ਚਸ਼ਮੇ ਚੱਲ ਪਏ ਪਾਣੀ ਦੇ। ਮਹਾਰਾਜ ਜੀ ਨੇ ਬੁਲਾਇਆ ਧੋਬੀ ਨੂੰ, ਕਹਿਣ ਲੱਗੇ ਧੋਬੀ ਜੀ ਲਿਆਓ ਸਾਡੇ ਬਸਤਰ ਤੇ ਆ ਪਾਣੀ ਨਾਲ ਧੋਣਾ ਕਰੋ। ਤੁਸੀਂ ਆਖਦੇ ਪਾਣੀ ਕੋਈ ਨਹੀਂ, ਅਸੀਂ ਤੇ ਪਾਣੀ ਦੇ ਫੁਹਾਰੇ ਚਲਾ ਦਿੱਤੇ, ਚਸ਼ਮੇ ਚੱਲ ਪਏ ਨੇ, ਲਿਆਓ ਤੇ ਇੱਥੇ ਲਿਆ ਕੇ ਸਾਡੇ ਕੱਪੜੇ ਬਸਤਰ ਧੋਣਾ ਕਰੋ। ਜਾਵਦ ਹੈ ਸਥਾਨ ਮਝਾਰੈ। ਜਿੰਨਾ ਚਿਰ ਅਸੀਂ ਇਸ ਸਥਾਨ ਤੇ ਰਵਾਂਗੇ, ਮਹਾਰਾਜ ਕਾਫੀ ਸਮਾਂ ਇੱਥੇ ਰਹਿ ਸਨ ਆਪਣਾ ਵਿਆਹ ਕਾਰਜ ਕਰਵਾਉਣ ਵਾਸਤੇ। ਜਿੰਨਾ ਚਿਰ ਅਸੀਂ ਮਹਾਰਾਜ ਕਹਿੰਦੇ ਇੱਥੇ ਰਵਾਂਗੇ ਨਾ ਗੁਰੂ ਕੇ ਲਾਹੌਰ, ਇਸ ਨਗਰੀ ਤੇ, ਇਸ ਧਰਤੀ ਦੇ ਉੱਪਰ ਜਿੰਨਾ ਚਿਰ ਅਸੀਂ ਰਹਿਣਾ ਹੈ, ਤਾਵਦ ਨੀਕਾ ਲਿਹੋ ਪਕਾਰੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹਨਾਂ ਚਿਰ ਤੂੰ ਕੱਪੜੇ ਭਾਵੇਂ ਦਿਨੇ ਰਾਤ ਧੋਤੀ ਜਾ, ਜਿੰਨੇ ਮਰਜ਼ੀ ਆਪਣੇ ਨਾਲ ਹੋਰ ਧੋਬੀ ਲਾ ਲਾ, ਨਾ ਇਹ ਪਾਣੀ ਮੁੱਕੇਗਾ ਨਾ ਇਹ ਘਟੇਗਾ। ਜਿੰਨਾ ਮਰਜ਼ੀ ਕੋਈ ਛਕੀ ਜਾਵੇ, ਕੋਈ ਨਹਾਈ ਜਾਵੇ, ਕੋਈ ਧੋਈ ਜਾਵੇ, ਇਹ ਪਾਣੀ ਮੁੱਕੇਗਾ ਨਹੀਂ। ਐਸਾ ਇਹ ਜਿਹੜਾ ਵੱਡਾ ਅਸੀਂ ਇਹ ਹੱਟ ਜਿਹੜਾ ਪਾਣੀ ਦਾ ਇਹ ਲਾ ਦਿੱਤਾ ਹੈ, ਕਦੇ ਮੁੱਕੇਗਾ ਨਹੀਂ, ਜਿੰਨੇ ਮਰਜ਼ੀ ਬਸਤਰ ਧੋਣਾ ਕਰ। ਧੰਨ ਗੁਰੂ ਮੁਖ ਤੇ ਕਹਿ ਤੇ ਕਹਿਣ ਲੱਗੇ ਧੋਬੀ ਵੀ ਆਖਦਾ, ਮਹਾਰਾਜ ਤੁਸੀਂ ਧੰਨ ਹੋ, ਤੁਸੀਂ ਧੰਨ ਹੋ ਜੇ ਐਸੀ ਕਿਰਪਾ ਕਰਦੇ ਹੋ। ਸਪੋ ਸ਼ਿਸ਼ ਓਟ ਧਰੀ ਸੋ ਉਤਾਰੇ। ਤੇ ਇਸ ਨੇ ਆਪਣੇ ਘਰੋਂ ਉਸੇ ਵੇਲੇ ਉਹ ਜਿਹੜੀਆਂ ਪੋਟਲੀਆਂ ਬੱਧੀਆਂ ਸਨ ਨਾ ਕੱਪੜਿਆਂ ਦੀਆਂ, ਹੁਣ ਬਰਾਤੀ ਰੋਜ਼ ਕੱਪੜੇ ਉਤਾਰਦੇ ਸਨ ਤੇ ਸੈਂਕੜੇ ਬਰਾਤੀ ਨੇ, ਬੇਅੰਤ ਸੰਗਤਾਂ ਨੇ ਰੋਜ਼ ਕੱਪੜੇ ਉਤਾਰਦੇ, ਉਹ ਪੋਟਲੀਆਂ ਬੰਨ ਕੇ ਨੇ ਆਪਣੇ ਘਰ ਵਿੱਚ ਰੱਖੀਆਂ ਸਨ। ਉਸੇ ਵੇਲੇ ਉਹ ਪੋਟਲੀਆਂ ਸਾਰੀਆਂ ਮੰਗਾ ਲਈਆਂ। ਕਹਿਣ ਲੱਗਾ ਅੱਜ ਸਾਰੇ ਕੱਪੜੇ ਧੋ ਕੇ ਹੀ ਮੈਂ ਇਸ ਕੰਮ ਤੋਂ ਵਿਹਲਾ ਹੋਵਾਂਗਾ। ਸਾਰੇ ਕੱਪੜੇ ਧੋਣ ਵਾਸਤੇ ਮੰਗਵਾਏ ਹਨ। ਧੋਵਨ ਲਾਗ ਧਰੇ ਅਨੁਰਾਗ। ਬੜੇ ਪ੍ਰੇਮ ਦੇ ਨਾਲ ਇਹ ਜਿਹੜਾ ਧੋਬੀ ਹੈ ਮਹਾਰਾਜ ਦੇ ਬਸਤਰ ਧੋਣ ਲੱਗਾ ਹੈ। ਪਾਗ ਤੇ ਆਦ ਕੀ ਮੈਲ ਵਿਦਾਰੇ। ਭਾਵੇਂ ਸਿਰ ਤੇ ਬੰਨਣ ਵਾਲੀ ਪੱਗ ਹੈ, ਭਾਵੇਂ ਗਲ ਵਿੱਚ ਪਾਉਣ ਵਾਲਾ ਕੁੜਤਾ ਜਾਂ ਚੋਲਾ ਹੈ, ਸਾਰਿਆਂ ਦੀ ਮਲ ਕੇ ਇਸ ਨੇ ਮੈਲ ਦੂਰ ਕਰ ਦਿੱਤੀ ਹੈ। ਆਪ ਗਏ ਹੈ ਤੁਮਦਨ ਚਾਵਤ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੋਂ ਆਪਣਾ ਘੋੜਾ ਨਚਾਉਂਦੇ ਹੋਏ ਕੌਤਕ ਕਰਕੇ ਅੱਗੇ ਚਲੇ ਗਏ ਹਨ। ਦੂਰ ਕਿਤੇ ਇੱਕ ਫਿਰੇ ਹਟ ਆਏ। ਸਤਿਗੁਰੂ ਕੁਝ ਥਾਂ ਤੇ ਘੁੰਮ ਫਿਰ ਕੇ ਤੇ ਫਿਰ ਉੱਥੋਂ ਹਟ ਕੇ ਪਿੱਛੇ ਆ ਗਏ ਹਨ। ਓਤ ਭਈ ਸੁਧ ਸ਼੍ਰੀ ਗੁਰਕਾਰ ਇਹ ਕੀ। ਸਤਿਗੁਰਾਂ ਦੇ ਕਾਰਜ ਦੀ ਗੁਰਮੁਖੋ ਸਾਰੇ ਥਾਵਾਂ ਤੇ ਖਬਰ ਫੈਲ ਗਈ ਹੈ। ਨੀਰ ਨਵੀਨ ਕੋ ਨਾਰੋ ਚਲਾਏ। ਸੰਗਤਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਨੇ ਨਵਾਂ ਚਸ਼ਮਾ ਜਿਹੜਾ ਪਾਣੀ ਦਾ ਪੈਦਾ ਕੀਤਾ ਹੈ। 3 ਪ੍ਰਹਾਰ ਤੇ ਧਾਰ ਚਲੀ। ਸਤਿਗੁਰੂ ਪਾਤਸ਼ਾਹ ਨੇ 3 ਵਾਰ ਵਰਸ਼ਾ ਧਰਤੀ ਦੇ ਵਿੱਚ ਮਾਰਿਆ ਤੇ ਪਾਣੀ ਦੀ ਉਸ ਵੇਲੇ ਧਾਰਾ ਜਿਹੜੀ ਉਹ ਵਹਿ ਕੇ ਬਾਹਰ ਚੱਲੀ ਹੈ। ਸੁਣ ਕੇ ਨਰ ਨਾਰ ਸਵੈ ਬਿਸਮਾਏ। ਤੇ ਸੁਣ ਕੇ ਜਿਹੜਾ ਵੀ ਸੁਣਦਾ ਵੀ ਪੱਥਰ ਵਿੱਚੋਂ ਪਾਣੀ ਨਿਕਲਿਆ, ਆਮ ਲੋਕਾਂ ਵਾਸਤੇ ਤੇ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਨਾ। ਜਿਹੜਾ ਵੀ ਸੁਣਦਾ ਉਹ ਬੜਾ ਹੈਰਾਨ ਹੋ ਜਾਂਦਾ ਹੈ। ਜਾਤ ਬਿਲੋਕਨ ਲੋਕ ਅਨੇਕ। ਹੁਣ ਲੋਕ ਵੇਖਣ ਲੱਗ ਪਏ, ਕਈ ਆਖਦੇ ਮੈਨੂੰ ਨਹੀਂ ਯਕੀਨ ਇਹ ਕਿਵੇਂ ਹੋ ਸਕਦਾ, ਪੱਥਰ ਵਿੱਚੋਂ ਪਾਣੀ ਵਰਸ਼ਾ ਮਾਰ ਕੇ ਕਿਵੇਂ ਨਿਕਲ ਸਕਦਾ। ਮੈਂ ਨਹੀਂ ਮੰਨਦਾ। ਜਿਹੜਾ ਕਹਿੰਦਾ ਨਾ ਮੈਂ ਨਹੀਂ ਮੰਨਦਾ, ਉਹ ਫਿਰ ਦੱਸਣ ਵਾਲਾ ਕਹਿੰਦਾ ਵੀ ਜਾ ਕੇ ਤੂੰ ਆਪ ਹੀ ਵੇਖਿਆ, ਵੇਖ ਕੇ ਆਵੇਂਗਾ ਫਿਰ ਤੇ ਯਕੀਨ ਆਵੇਗਾ। ਫਿਰ ਇਸ ਤਰ੍ਹਾਂ ਕਈ ਉਹ ਚਸ਼ਮਾ ਵੇਖਣ ਵਾਸਤੇ ਉਥੇ ਚੱਲ ਕੇ ਗਏ, ਵੇਖਦੇ ਹਨ ਜਾ ਕੇ। ਵੇਖ ਨਿਧਾਨ ਕੇ ਕੌਤਕ ਗਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਐਸੇ ਕੌਤਕ ਵੇਖ ਕੇ ਸਾਰੇ ਜਾਣੇ ਫਿਰ ਹੈਰਾਨ ਹੁੰਦੇ ਹਨ। ਕੋਈ ਇਸ਼ਨਾਨ ਕਰੇ ਅਚਮਾਨ ਤੇ ਕੋ। ਕੋਈ ਇਸ਼ਨਾਨ ਕਰਦਾ ਪਿਆ ਉੱਥੇ ਜਾ ਕੇ ਵੀ ਪਾਣੀ ਮਿਲ ਗਿਆ, ਇਸ਼ਨਾਨ ਕਰੀਏ, ਤੇ ਕੋਈ ਉਸ ਪਾਣੀ ਨੂੰ ਪੀਂਦਾ ਹੈ। ਦੇਸ਼ ਵਿਦੇਖ ਭਨੈ ਬਲਵੰਤੇ। ਤੇ ਇਸੇ ਤਰ੍ਹਾਂ ਵੇਖ ਕੇ ਸੰਗਤ ਆਖਦੀ ਆ ਵੀ ਮਹਾਰਾਜ ਸਾਹਿਬ ਜੀ ਬਹੁਤ ਜ਼ਿਆਦੇ ਬਲ ਵਾਲੇ ਹਨ। ਪੂਰਨ ਸ਼੍ਰੀ ਪ੍ਰਭਦੀਨ ਪੈਦਾਇਲ। ਸਤਿਗੁਰੂ ਪਾਤਸ਼ਾਹ ਜੀ ਦੀਨਾ ਤੇ ਦਿਆਲਤਾ ਕਰਨ ਵਾਲੇ ਹਨ। ਅਤੇ ਉਹ ਜਨ ਰਾਵਨ ਯੁੱਧ ਕਰਨ ਤੇ। ਜਿਸ ਨੇ ਯੁੱਧ ਕਰਦਿਆਂ ਜਿਨ੍ਹਾਂ ਸਤਿਗੁਰਾਂ ਨੇ ਰਾਵਣ ਵਰਗਿਆਂ ਨੂੰ ਖਤਮ ਕਰ ਦਿੱਤਾ। ਕਹਿਣ ਲੱਗੇ ਤ੍ਰੇਤੇ ਯੁੱਗ ਦੇ ਵਿੱਚ ਰਾਮ ਰੂਪ ਹੋ ਕੇ ਜਿਨ੍ਹਾਂ ਨੇ ਰਾਵਣ ਵਰਗਿਆਂ ਨੂੰ ਨਸ਼ਟ ਕੀਤਾ ਹੈ। ਰਛ ਕਰੇ ਪ੍ਰਹਿਲਾਦ ਕੀ ਆਪ। ਇਹ ਸੰਗਤਾਂ ਜਿਹੜੀਆਂ ਨੇ ਇਹ ਸਤਿਗੁਰੂ ਦੀ ਮਹਿਮਾ ਕਰਦੀਆਂ ਪਈਆਂ। ਮਹਾਰਾਜ ਆਪ ਜੀ ਨੇ ਕਿਹੜੇ ਯੁੱਗ ਵਿੱਚ ਕੀ ਕੌਤਕ ਵਰਤਾਏ। ਗੁਰਮੁਖੋ ਇਹ ਇਤਿਹਾਸ ਗੁਰਦੁਆਰਾ ਸ੍ਰੀ ਤ੍ਰਿਵੇਣੀ ਸਾਹਿਬ ਦਾ ਹੈ। ਆਪਾਂ ਹੋਲੇ ਮਹੱਲੇ ਤੇ ਜਾ ਕੇ ਪਿੱਛੇ ਜਾ ਕੇ ਦਰਸ਼ਨ ਤੇ ਜ਼ਰੂਰ ਕੀਤੇ, ਪਰ ਇੱਥੇ ਮਹਾਰਾਜ ਨੇ ਪਾਣੀ ਦਾ ਚਸ਼ਮਾ ਕਿਉਂ ਲਾਇਆ, ਤ੍ਰਿਵੇਣੀ ਨਾਮ ਕਿਉਂ ਰੱਖਿਆ, ਕੀ ਕਾਰਨ ਸੀ, ਇਹ ਸਾਰਾ ਇਤਿਹਾਸ ਆਪਾਂ ਨੂੰ ਅੱਜ ਪ੍ਰਾਪਤ ਹੋਇਆ। ਭਾਵੇਂ ਕਿ ਆਪਾਂ ਗੁਰਦੁਆਰੇ ਸਾਹਿਬ ਦੇ ਦਰਸ਼ਨ ਪਹਿਲਾਂ ਕੀਤੇ ਹੋਣਗੇ, ਪਰ ਇਤਿਹਾਸ ਤੋਂ ਜਾਣਕਾਰੀ ਸਾਨੂੰ ਅੱਜ ਪ੍ਰਾਪਤ ਹੋਈ ਹੈ। ਇਹ ਮਹਾਰਾਜ ਕੌਤਕ ਕਰਕੇ ਉਸ ਇਤਿਹਾਸਕ ਸਥਾਨ ਨੂੰ ਮਹਾਰਾਜ ਨੇ ਸਿਰਜਿਆ। ਸੋ ਆਪਾਂ ਅਗਲੇ ਦੀਵਾਨ ਵਿੱਚ ਇਹ ਬਚਨ ਸਰਵਣ ਕਰਾਂਗੇ। ਮਹਾਰਾਜ ਡੋਲਾ ਲੈ ਕੇ ਕਿਵੇਂ ਅਨੰਦਪੁਰ ਸਾਹਿਬ ਨੂੰ ਆਉਂਦੇ ਅਤੇ ਗੁਰਦੁਆਰਾ ਜਿਹੜਾ ਨੜ ਸਾਹਿਬ ਹੈ ਉਹਦਾ ਕੀ ਇਤਿਹਾਸ ਹੈ, ਇਹ ਵੀ ਉੱਥੇ ਗੁਰੂ ਕੇ ਲਾਹੌਰ ਵਿਖੇ ਹੀ ਹੈ।
ਇਹ ਵੀ ਇਤਿਹਾਸ ਆਪਾਂ ਸਰਵਨ ਕਰਾਂਗੇ ਕੱਲ ਦੇ ਦੀਵਾਨ ਵਿੱਚ। ਆਪ ਸੰਗਤਾਂ ਨੇ ਪਹੁੰਚ ਕੇ ਸਰਵਨ ਕਰਕੇ ਲਾਹੇ ਪ੍ਰਾਪਤ ਕਰਨੇ। ਲੇਖੈ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿ